ਕਿ ਤੂੰ ਇਹ ਗੱਲ ਕੀਤੀ ਹੈ ਕਿ ਮੁਸਲਮਾਨਾਂ ਦੇ ਨਬੀ ਨੂੰ ਲਫ਼ਜ਼ ਗੰਦੇ ਬੋਲੇ ਨੇ ਕਹਿ ਕੇ? ਉਹਨੇ ਕਿਹਾ ਹਾਂ ਮੈਂ ਬੋਲੇ ਨੇ। ਉਹਨੇ ਕਿਹਾ ਕਿਉਂ? ਉਹਨੇ ਵਜ੍ਹਾ ਪੂਰੀ ਬਿਆਨ ਕੀਤੀ ਜਮੀਲ ਨੇ। ਵਜ੍ਹਾ ਉਹਦੀ ਇਹ ਬਣੀ ਹੈ ਕਿ ਉਹਨੇ ਕਿਹਾ ਕਿ ਇਹ ਪਤਾ ਨਹੀਂ ਕਿਹੜੇ ਨਬੀ ਨੂੰ ਮੰਨਦੇ ਨੇ, ਜਿਹੜੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ, ਜਿਨ੍ਹਾਂ ਨੂੰ ਮੈਂ ਮੰਨਣਾ ਵਾ। ਮੈਂ ਉਹਨਾਂ ਨੂੰ ਨਹੀਂ ਕਿਹਾ, ਮੈਂ ਇਹਨਾਂ ਦੇ ਨਬੀ ਨੂੰ ਕਿਹਾ। ਇਹ ਉਹਨੇ ਪੂਰੀ ਆਪਣੀ ਤਵੀਲ ਪੇਸ਼ ਕੀਤੀ, ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਕੀਤੀ ਸੀ ਨਾ ਕਿ ਬਈ ਅਸੀਂ ਈਸਾਈਆਂ ਦੇ ਯਸੂ ਨੂੰ ਕਿਹਾ ਹੈ, ਈਸਾ ਅਲੈਹਿ ਸਲਾਮ ਨੂੰ ਨਹੀਂ ਕਿਹਾ, ਜਿਹੜੇ ਕੁਰਾਨ 'ਚ ਜਿਨ੍ਹਾਂ ਦਾ ਜ਼ਿਕਰ। ਉਹਨੇ ਕਿਹਾ ਜਮੀਲ ਉਹ ਕੀ ਨਾ ਜਰੀਉल्लाह ਨੇ ਕਿਹਾ ਕਿ ਅਗਰ ਤੂੰ ਇਸ ਤਰ੍ਹਾਂ ਵੀ ਕਿਹਾ ਹੈ ਤੇ ਉਹ ਕਿਹੜੇ ਨਬੀ ਨੂੰ ਮੰਨਦੇ ਨੇ? ਉਸੇ ਨਬੀ ਨੂੰ ਮੰਨਦੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਇਹ ਤਵੀਲ, ਇਹ ਤਸ਼ਰੀਹਾਤ ਤੇਰੀਆਂ ਦੁਰਸਤ ਨਹੀਂ ਹਨ, ਇਹ ਸ਼ਾਤਮੀਅਤ ਹੈ। ਸਾਫ਼ ਗੱਲ ਹੋਈ। ਉਹਦੇ ਤੌਰ ਤੇ ਇਸ਼ਾਰੇ ਕਿਨਾਇਆ ਹੈ ਕਿਸੇ ਵੀ ਤਵੀਲ ਨਾਲ ਸਾਡਾ ਤਰੀਕ ਨਹੀਂ ਹੈਗਾ, ਲੇਕਿਨ ਉਹ ਜਿਹੜਾ 3-4 ਸਾਲ ਦਾ ਤਾਲੁਕ ਹੁੰਦਾ ਹੈ, ਜਿਹੜੀ ਬਰਦਾਸ਼ਤ ਹੁੰਦੀ ਹੈ, ਉਹਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਮੀਲ ਕਿੰਨੇ ਅਰਸੇ ਤੋਂ ਬਰਦਾਸ਼ਤ ਕਰ ਰਿਹਾ ਤੁਹਾਨੂੰ, ਤੁਹਾਡੀ ਗੁਸਤਾਖੀਆਂ ਨੂੰ। ਉਹ ਵੀ ਤੰਗ ਆ ਕੇ ਫਿਰ ਇਸ ਤਰ੍ਹਾਂ ਦੇ ਅਲਫਾਜ਼ ਜੋ ਵੀ ਕਿਤੇ, ਮੈਨੂੰ ਤਾਂ ਵੱਲਾ ਆਲਮ ਪਤਾ ਵੀ ਨਹੀਂ ਮਾਮਲਾ ਦਾ ਕੀ ਹੈ। ਤੁਸੀਂ ਇੱਕ ਦੂਜੇ ਨਾਲ ਇਸ਼ਤਿਹਾਰ ਲਾ ਕੇ ਲੱਗੇ ਰਹਿੰਦੇ ਹੋ, ਅਸੀਂ ਥੱਲੇ ਬਹਿ ਕੇ ਥੋੜ੍ਹਾ ਬਹੁਤ ਵੇਖਦੇ ਰਹਿੰਦੇ ਹਾਂ। ਸਾਡੇ ਜ਼ਾਤੀ ਤੌਰ 'ਤੇ ਮੈਨੂੰ ਉਹਨਾਂ ਦੇ ਬੈਕਗਰਾਊਂਡ ਦਾ ਪਤਾ ਹੀ ਨਹੀਂ ਹੈਗਾ ਕੀ ਹੈਗਾ ਕੀ ਨਹੀਂ ਹੈਗਾ। ਲੱਭਣਾ ਵੀ ਕੀ ਹੈ? ਜਮੀਲ ਨੂੰ ਤੁਸੀਂ ਕਹਿਤਾ ਅਸੀਂ ਤੁਸੀਂ ਸਾਡੇ ਨਜ਼ਦੀਕ ਸਭ ਤੋਂ ਵੱਡੇ ਸ਼ਾਤਮ ਦੇ ਗੁਸਤਾਖ ਹੈਗੇ ਹੋ, ਕੀ ਮਿਲੇਗਾ? ਕੁਝ ਵੀ ਨਹੀਂ ਮਿਲਣਾ। ਨਾ ਤਾਂ ਤੁਸੀਂ ਆਪਣੇ ਆਪ ਨੂੰ ਮੰਨਣਾ ਹੈ ਤੁਸੀਂ ਸ਼ਾਤਮ ਦੇ ਗੁਸਤਾਖ ਹੋ, ਤੇ ਨਾ ਕਿਸੇ ਹੋਰ ਨੇ ਮੰਨਣਾ। ਤੇ ਮੈਂ ਵੀ ਕਿਸੇ ਤੇ ਫਤਵਾ ਦੇ ਕੇ ਮੈਨੂੰ ਕੀ ਲੱਭ ਜਾਣਾ ਹੈਗਾ? ਅਦਨਾਨ ਸਾਹਿਬ ਗੱਲ ਇਹ ਹੈ ਕਿ ਅਸੀਂ ਤੇ ਹੈ ਹੀ ਮੁਖਾਲਫ ਨਾ ਇੱਕ ਦੂਜੇ ਦੇ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਸੀਂ ਤੇ ਇੱਕ ਦੂਜੇ ਦੀ ਕੁੱਤੀ ਨਵਾਉਂਦੇ ਹਾਂ, ਸਾਡੀ ਤੇ ਕੋਈ ਅਹਿਮੀਅਤ ਹੀ ਨਹੀਂ ਹੈ। ਅਸੀਂ ਉਹਨੂੰ ਕਵੀਏ ਨਾ ਕਵੀਏ ਤੇ ਕੋਈ ਫਰਕ ਨਹੀਂ ਹੈ, ਤੁਹਾਡੀ ਸਾਥ ਤੇ ਕੋਈ ਫਰਕ ਨਹੀਂ ਹੈ। ਮਸਲਾ ਤੇ ਤਬ ਖੜਾ ਹੋਇਆ ਜਦੋਂ ਉਹਦੇ ਭਰਾ ਨੇ ਉਹਦੇ ਕੋਲੋਂ ਬਕਾਇਦਾ ਮੁਅੱਯਨ ਤੌਰ ਤੇ ਪੁੱਛ ਕੇ ਔਰ ਉਹਦੀ ਤਾਵੀਲ ਸੁਣ ਕੇ ਉਹਨੇ ਆਖਿਆ ਇਹ ਤਾਵੀਲ ਗਲਤ ਹੈ। ਜਿਸ ਤਰ੍ਹਾਂ ਤੁਸੀਂ ਹੁਣ ਅਲਫਾਜ਼ ਆਖਿਆ ਕਿ ਬਈ ਕਿਸੇ ਵੀ ਇਸ਼ਾਰੇ ਨਾਲ, ਕਨਾਏ ਨਾਲ ਤੋਹੀਨ ਨਬੀ ਪਾਕ ਦੀ ਕਰਨਾ, ਗੁਸਤਾਖੀ ਕਰਨਾ, ਇਹਦੀ ਇਜਾਜ਼ਤ ਨਹੀਂ। ਇਹ ਹੀ ਉਹਨੇ ਆਖਿਆ। ਅਗਰ ਇਸ਼ਾਰਤਨ ਵੀ ਤੂੰ ਕੀਤਾ ਹੈ, ਤਾਵੀਲ ਕਰਕੇ ਵੀ ਤੂੰ ਕੀਤਾ ਹੈ, ਤੇ ਤੂੰ ਗੁਸਤਾਖੀ ਕੀਤੀ। ਨਬੀ ਪਾਕ ਦੇ ਬਾਰੇ ਇਹ ਗੱਲ ਕੀਤੀ ਨਹੀਂ ਜਾ ਸਕਦੀ ਕਿਸੇ ਵੀ ਤਾਵੀਲ ਨਾਲ, ਜਿਹੜੀ ਤੂੰ ਤਾਵੀਲਾਂ पे ਕਰਨਾ ਦਰੁਸਤ ਨਹੀਂ ਹੈ। ਇਹ ਹੀ ਉਹਨੇ ਗੱਲ ਕੀਤੀ। ਉਹਦੇ ਵਿੱਚ ਕੋਈ ਮੇਰਾ ਜ਼ਾਤੀ ਕੋਈ ਖੁਨਸ ਕੋਈ ਅਹਿਮੀਅਤ ਨਹੀਂ ਰੱਖਦਾ। ਨਹੀਂ, ਉਹ ਇਹ ਤਾਂ ਹੁਣ ਮਾਮਲਾ ਰਿਹਾ ਹੀ ਨਹੀਂ ਨਾ ਕਿ ਜਮਾਤ ਦੇ ਵਿੱਚ ਕਿਸੇ ਨੇ ਕਿਹਾ ਤੇ ਜਮਾਤੋਂ ਦੁਸ਼ਮਣ ਨੇ ਬਾਹਰੋਂ ਕਿਹਾ, ਕਿਉਂਕਿ ਇਹ ਮਾਮਲਾ ਤਾਂ ਤੁਹਾਡੇ ਨਾਲ ਖੁਦ ਚੱਲ ਰਿਹਾ ਹੈਗਾ ਕਿ ਤੁਹਾਡੇ ਆਮ ਜਿਹੜੇ ਖੁਤਬੇ ਨਬੂਵਤ ਤੇ ਕੰਮ ਕਰਨ ਵਾਲੇ ਐਕਟਿਵ ਲੋਕ ਨੇ, ਉਹ ਇੱਕ ਦੂਜੇ ਤੇ ਇਹਦੇ ਫਤਵੇ ਲਾ ਰਹੇ ਨੇ ਗੁਸਤਾਖ ਹੋਣ ਦੇ, ਸ਼ਾਤਮ ਹੋਣ ਦੇ। ਤੇ ਇਹ ਮਾਮਲਾ ਹੈ ਹੀ ਨਹੀਂ ਹੈ। ਸਾਰੇ ਮਾਮਲੇ ਇਨਫਰਾਦੀ ਨੋਈਅਤ ਤੇ ਬਣ ਚੁੱਕੇ ਹੈਗੇ ਨੇ ਤੇ ਸਾਰੇ ਦੂਜੇ ਤੇ ਲਾ ਰਹੇ ਨੇ। ਤੇ ਇਨ ਮਾਮਲਿਆਂ 'ਚ ਪੈਣ ਵਾਲਾ ਵੀ ਮੇਰੇ ਖਿਆਲ 'ਚ ਬੇਵਕੂਫ ਹੈਗਾ ਕਿ ਦੂਜਿਆਂ ਦੀ ਜਿਹੜੀ ਜ਼ਾਤੀ ਰੰਜਿਸ਼ਾਂ ਹੈਗੀਆਂ ਨੇ, ਮਸਲੇ ਹੈਗੇ ਨੇ, ਮਸਲੇ ਮਸਾਇਲ 'ਚ ਚੱਲ ਰਹੇ ਨੇ, ਉਹਨਾਂ ਦੇ ਵਿੱਚ ਮੈਂ ਜਾ ਕੇ ਟੰਗਣਾ ਵਾ ਕਿ ਅਸਕਾਨੀ ਨੇ ਕੀ ਕਹਿਤਾ, ਕਿ ਤੁਸੀਂ ਕੀ ਕਹਿਤਾ, ਤੇ ਜਮੀਲ ਨੇ ਕੀ ਕਹਿਤਾ, ਤੇ ਫਲਾਣਾ ਨੇ ਕੀ ਕਹਿਤਾ। ਮੈਨੂੰ ਕੀ ਲੱਭਣਾ? ਅਦਨਾਨ ਸਾਹਿਬ ਮੇਰੀ ਕੀ ਆਖਰ ਜੰਨਤ ਦੋਸਤ ਦਾ ਫੈਸਲਾ ਹੋ ਜਾਣਾ ਇੱਥੇ। ਹੋਰ ਕੋਈ ਕੰਮ ਦੀ ਗੱਲ ਹੈ ਭਾਈ ਜੀ, ਉਹ ਕਰੋ। ਇੱਕ ਫਜ਼ੂਲ ਮਾਮਲਾਤ ਹੈਗੇ ਨੇ ਜ਼ਾਤੀ ਨੋਈਅਤ ਦੇ। ਨਾ ਤੇ ਜਮੀਲ ਸਾਹਿਬ ਨੂੰ ਆਮ ਅਹਿਮਦੀ ਕੋਈ ਜਾਣਦਾ ਹੈਗਾ, ਨਾ ਤੁਹਾਨੂੰ ਕੋਈ ਜਾਣਦਾ ਹੈਗਾ, ਨਾ ਕਿਸੇ ਹੋਰ ਨੂੰ ਕੋਈ ਜਾਣਦਾ ਹੈਗਾ। ਉਹਨਾਂ ਦਾ ਚੀਜ਼ਾਂ ਨਾਲ ਤਾਲੁਕ ਹੀ ਨਹੀਂ ਹੈਗਾ। ਅਦਨਾਨ ਸਾਹਿਬ, ਪਹਿਲੀ ਤਾਂ ਗੱਲ ਹੈ ਕਿ ਅੱਗੇ ਅਲੀ ਅਕਬਰ ਦਾ ਖਰਾਜ ਹੋਇਆ ਹੈ ਤੇ ਇੱਥੋਂ ਹੀ ਟਿਕਟਾਕ ਦੇ ਉੱਤੇ ਜੋ ਕੋਈ ਉਹਨੇ ਹਰਕਤਾਂ ਕੀਤੀਆਂ ਨੇ ਉਹਦੀ ਵਜ੍ਹਾ ਤੋਂ ਹੋਇਆ ਨਾ। ਤੇ ਹੋਪਫੁਲੀ ਇਹਦੇ ਨਾਲ ਵੀ ਕੁਝ ਹੋ ਸਕਦਾ ਹੈ, ਹੋ ਜੇ, ਵਾਕਿਆ ਹੋ ਜੇ, ਕਿਉਂਕਿ ਉਹਨੇ ਖੁੱਲੀ ਸ਼ਾਤਮੀਅਤ ਸ਼ੁਰੂ ਕੀਤੀ ਹੈ। ਹੁਸੈਨ ਸਾਹਿਬ ਦੀ ਬਰਾੜ ਦੇ ਉੱਤੇ ਨੰਗੀਆਂ ਗਾਲਾਂ ਨਬੀ ਪਾਕ ਨੂੰ ਦੇ ਰਿਹਾ। ਉਹਦੇ ਬਾਅਦ ਉਹ ਤਵੀਲ ਇਹ ਕਰ ਰਿਹਾ ਜਿਹੜੀ ਉਹਨੇ ਜਰੀਉल्लाह ਨੂੰ ਪੇਸ਼ ਕੀਤੀ, ਤੇ ਉਹਨੇ ਆਖਿਆ ਵੀ ਇਹ ਤਵੀਲ ਇਹ ਨਾਕਾਬਲੇ ਕਮੂਲ ਮਾਲ ਫਾਰਕ, ਇਹ ਨਹੀਂ ਮੰਨੀ ਜਾ ਸਕਦੀ। ਤੁਸੀਂ ਕੀ ਲੈਣ ਜਾਂਦੇ ਹੋ ਹੁਸੈਨੀ ਦੀ ਬਰਾੜ? ਜੇਕਰ ਉੱਥੇ ਤੁਹਾਡੇ ਨਜ਼ਦੀਕ ਸ਼ਾਤਮੀਅਤ ਹੁੰਦੀ ਹੈ ਤਾਂ ਸ਼ਾਤਮ ਤੁਹਾਨੂੰ 100 ਗਜ਼ ਉਹਨਾਂ ਦੂਰ ਰਹਿਣਾ ਚਾਹੀਦਾ ਉਸ ਬਰਾੜ ਦੇ ਉੱਤੇ। ਰੋਜ਼ ਜਾ ਕੇ ਉੱਥੇ ਬੈਠੇ ਹੁੰਦੇ ਹੋ ਘੰਟਾ 2 ਘੰਟਾ, ਹਮਸਾਏ 'ਚ ਹੈ ਤਮਾਮ ਲੋਕ ਬੈਠੇ ਹੁੰਦੇ ਨੇ ਜਿਹੜੇ ਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਸ਼ਾਤਮ ਹੈਗੇ ਨੇ, ਤੇ ਗੁਨਾਹਗਾਰ ਹੈ ਤੁਸੀਂ ਆਪ ਹੋ, ਆਪਣੇ ਆਪ ਨੂੰ ਆਪ ਗੁਨਾਹਗਾਰ ਕਹਿ ਰਹੇ ਹੋ ਤੁਸੀਂ ਕੀ ਕਿਉਂ ਜਾਂਦੇ ਹੋ? ਤਾਂ ਵੈਸੇ ਤੇ ਅਗਰ ਤੁਹਾਡੀ ਸਲਾਹ ਲਵਾਂ ਮੈਂ ਤੇ ਫਿਰ ਤਾਂ ਟਿਕਟਾਕ ਹੀ ਡਿਲੀਟ ਕਰ ਦਵਾਂ, ਕਿਉਂਕਿ ਟਿਕਟਾਕ ਦੇ ਉੱਤੇ ਤੇ ਜਿਸ ਵੇਲੇ ਮੈਂ ਖੋਲਾਂਗਾ ਹੁਸੈਨੀ ਸਾਹਿਬ ਦੀ ਬਰਾੜ ਤੇ ਨਾਮ ਹੀ ਜਾਵਾਂਗਾ ਤੇ ਸ਼ਾਤਮੀਅਤ ਤੇ ਕਿਰੇ ਨਾ ਕਿਰੇ ਹੋ ਹੀ ਰਹੀ ਸੱਜੇ ਖੱਬੇ ਤੁਹਾਡੀਆਂ ਬਰਾਡਾਂ ਦੇ ਉੱਤੇ, ਤੇ ਮੈਂ ਫਿਰ ਬੰਦ ਹੀ ਕਰ ਦਾਂ, ਟਿਕਟਾਕ ਹੀ ਬੰਦ ਕਰ ਦਵਾਂ। ਨਹੀਂ, ਆਪਣੀ ਬਰਾੜ ਤੇ ਲਾਓ ਜਿੱਥੇ ਤੁਸੀਂ ਇੰਸ਼ੋਰ ਕਰ ਸਕਦੇ ਹੋ ਕਿ ਤੇ ਸ਼ਾਤਮੀਅਤ ਨਾ ਹੋਵੇ। ਉੱਥੇ ਮਜ਼ਹਬ ਜਿਹਨਾਂ ਸਮਝਦੇ ਕਿ ਲੋਕ ਸ਼ਾਤਮ ਨਹੀਂ ਨੇ, ਉਹਨਾਂ ਨੂੰ ਉੱਤੇ ਲਾਓ, ਉਹਨਾਂ ਨਾਲ ਗੱਲਬਾਤ ਕਰੋ ਤੇ ਖਤਮ।
ਇੱਥੇ ਤੋਂ ਝਾਤੀਆਂ ਨਹੀਂ, ਤੁਹਾਨੂੰ- ਮਾਰਨਾ, ਆਪਣਾ ਦਿਲ ਜੜਾਉਣਾ, ਸੁਣਾਉਣਾ, ਰਿਕਾਰਡਿੰਗਾਂ ਕਰਨਾ, ਬਾਰ-ਬਾਰ ਸੁਣਨਾ, ਤਸ਼ਹੀਰ ਕਰਨਾ, ਇਹ ਤਾਂ ਸਾਰੀ ਸ਼ਾਤਮੀਅਤ ਦੀ ਐਡਵਰਟੀਜ਼ਮੈਂਟ ਕਰਨ ਵਾਲੀ ਗੱਲ ਹੈਗੀ ਏ। ਲੋਕਾਂ ਦੇ ਦਿਲਾਂ 'ਚ ਵੀ ਇਹ ਚੀਜ਼ ਨਾਰਮਲ ਕਰਨਾ, ਉਹ ਜਿਹੜੇ ਦੈਰੀਆ ਨਹੀਂ ਕਹਿੰਦਾ ਸੀ ਇਸ ਚੀਜ਼ ਨੂੰ ਮੈਂ ਨਾਰਮਲ ਕਰਨਾ ਚਾਹੁੰਦਾ ਵਾਂ, ਇਹ ਤੁਸੀਂ ਉਹਦੇ ਬਣੇ ਹੋਏ ਹੋ, ਸਹੂਲਤਕਾਰ ਬਣੇ ਹੋਏ ਹੋ, ਇਸ ਚੀਜ਼ ਨੂੰ ਨਾਰਮਲ ਕਰ ਰਹੇ ਹੋ, ਫੈਲਾ ਰਹੇ ਹੋ। ਕਿਆ ਫਲਾਣਾ ਸ਼ਾਤਮੀਅਤ, ਤੇ ਫਿਰ ਲੋਕ ਤਾਂ ਜੱਜ ਕਰਦੇ ਨੇ ਬਈ ਕੀ ਸ਼ਾਤਮੀਅਤ ਕੀਤੀ ਕੀ ਇਹਨੇ, ਉਹ ਜਾ ਕੇ ਰਿਕਾਰਡਿੰਗਾਂ ਲੱਭਦੇ ਨੇ, ਸੁਣਦੇ ਨੇ ਇਹ ਹੋਇਆ ਕੀ ਹੈ, ਮਾਮਲਾ ਕੀ ਹੈਗਾ। ਇਹ ਸਾਰੇ ਤੁਸੀਂ ਸਹੂਲਤਕਾਰ ਉਸ ਦਾਇਰੇ ਦੇ ਹੋ ਜਿਹੜੇ ਇਹ ਚੀਜ਼ ਆਮ ਕਰਨਾ ਚਾਹੁੰਦਾ ਹੈ ਸ਼ਾਤਮੀਅਤ ਨੂੰ, ਕਿ ਸੁਣੋ ਸੁਣੋ ਸੁਣੋ। ਦਾਇਰੀ ਵਾਲਾ ਸੁਣ ਸੁਣ ਕੇ ਇਨਸਾਨ ਨੂੰ ਆਦੀ ਹੋ ਜਾਂਦਾ, ਫਿਰ ਸ਼ਾਤਮੀਅਤ ਰਹਿੰਦੀ ਨਹੀਂ ਹੈ। ਫਿਰ ਬੰਦਾ ਕਹਿੰਦਾ ਵੀ ਇਹ ਤਾਂ ਕੰਮ ਆਮ ਹੀ ਹੈਗਾ, ਕਿਸੇ ਵੀ ਨਬੀ ਨੂੰ ਇਲਜ਼ਾਮੀ ਜਵਾਬ 'ਚ ਜੋ ਵੀ ਕਹਿਣਾ ਕਹਿ ਦਿਓ, ਕੋਈ ਮਸਲੇ ਵਾਲੀ ਗੱਲ ਨਹੀਂ ਹੈ। ਨਹੀਂ, ਅਸਲ ਦੇ ਵਿੱਚ ਬਹੁਤ ਜੇ ਹੀ ਤੇ ਕਿਸੇ खूबसूरत ਚੀਜ਼ गल अदनान साहब ने बड़ी खूबसूरत गल की है, काबिल गौर है वाकई। ਨਹੀਂ, ਚੌਹਾਨ ਸਾਹਿਬ ਨਬੀ अलैहिस्सलातु वस्सलाम ਮੱਕੇ ਜਦੋਂ ਮੇਲੇ ਲੱਗਦੇ ਸਨ, ਆਕਾਸ਼ ਦਾ ਮੇਲਾ ਤੇ ਦੂਸਰਾ ਮੇਲਾ ਲੱਗਦਾ ਸੀ, ਨਬੀ ਪਾਕ ਜਾਂਦੇ ਸਨ ਮੇਲਿਆਂ ਤੇ? ਕਿਸੇ ਗੱਲ ਦਾ ਪਤਾ ਨਹੀਂ। ਮੇਲਾ ਤਫਰੀਹ ਦੀ ਗੱਲ ਨਾਲ ਤੇ ਕਿਸੇ ਮੇਲੇ ਤੇ ਨਹੀਂ ਜਾਂਦੇ। ਅੱਜ ਦੇ ਮੌਕਾ ਤੇ ਤਬਲੀਗ ਕਰਨ ਜਾਂਦੇ ਸੀ। ਹਾਂ, ਅੱਜ ਦੇ ਮੌਕੇ ਤੇ ਜਿਹੜੇ ਜ਼ਾਇਰੀਨ ਦੂਰ ਦਰਾਜ਼ ਤੋਂ ਆਉਂਦੇ ਸਨ ਨਾ, ਉਹਨਾਂ ਨੂੰ ਵੀ ਤਬਲੀਗ ਕਰਦੇ ਸਨ। ਤੇ ਜਿਹੜਾ ਆਕਾਜ਼ ਵਗੈਰਾ ਦਾ ਮੇਲਾ ਲੱਗਦਾ ਸੀ, ਨਬੀ ਪਾਕ ਉਹਨਾਂ ਮੇਲਿਆਂ ਤੇ ਵੀ ਜਾਂਦੇ ਸੀ। ਲੇਕਿਨ ਉਹ ਮੇਲਿਆਂ ਦੀ ਬਿਦਾਤ ਨੂੰ ਔਰ ਉਹਨਾਂ ਦੀਆਂ ਗੁੰਮਰਾਹੀਆਂ ਨੂੰ ਨਾ ਵੇਖਣ ਜਾਂਦੇ ਸਨ, ਨਾ ਉਹਨਾਂ ਨੂੰ ਆਮ ਕਰਨ ਜਾਂਦੇ ਸਨ, ਬਲਕਿ ਉਹਨਾਂ ਦਾ ਰੱਦ ਕਰਨ ਜਾਂਦੇ ਸਨ ਕਿ ਤੁਸੀਂ ਅੱਲਾਹ ਨੂੰ ਛੱਡ ਕੇ, ਮਾਬੂਦ ਹਕੀਕੀ ਨੂੰ ਛੋੜ ਕੇ, ਜਿਸ ਨੂੰ ਮਾਬੂਦ ਬਣਾਇਆ ਹੈ, ਜਾਂ ਇੱਥੇ ਜਿਨ੍ਹਾਂ ਦੇ ਚੜਾਵੇ ਚੜਾ ਰਹੇ ਹੋ, ਜਾਂ ਜਿਨ੍ਹਾਂ ਦਾ ਤੁਸੀਂ ਇਬਾਦਤ ਸ਼ੁਰੂ ਕੀਤੀ ਹੈ, ਇਹ ਕਾਬਲੇ ਰੱਦ ਨੇ, ਇਹ ਬੁਰੀਆਂ ਚੀਜ਼ਾਂ ਨੇ। ਹਕੀਕੀ ਮਾਬੂਦ ਸਿਰਫ ਅੱਲਾਹ ਵਹਦਹੁ ਲਾ ਸ਼ਰੀਕ ਹੈ, ਤੁਸੀਂ ਇਹਨਾਂ ਨੂੰ ਛੋੜ ਦਿਓ। ਸੋ ਅਗਰ ਕਿਸੇ ਚੀਜ਼ ਦਾ ਰੱਦ ਕਰਨ ਵਾਸਤੇ ਉਸ ਚੀਜ਼ ਨੂੰ ਪੇਸ਼ ਕੀਤਾ ਜਾਏ ਜਾਂ ਉਹਦੇ ਵਿੱਚ ਜਾ ਕੇ ਦਾਖਲ ਹੋ ਕੇ ਉਹਦਾ ਰੱਦ ਕੀਤਾ ਜਾਏ, ਤੇ ਉਹਦਾ ਇਹ ਨਹੀਂ ਮਤਲਬ ਕਿ ਤੁਸੀਂ ਉਹਦਾ ਹਿੱਸਾ ਪੇ ਬਣਦੇ ਹੋ। ਹਿੱਸਾ ਉਦੋਂ ਬੰਦਾ ਬਣਦਾ ਹੈ ਜਦੋਂ ਤੁਸੀਂ ਖਾਮੋਸ਼ੀ ਨਾਲ ਉਹਨੂੰ ਸਮਾਅਤ ਕਰਦੇ ਹੋ, ਉਹਦਾ ਹਿੱਸਾ ਬਣ ਰਹੇ ਹੋ, ਆਡੀਅנס ਬਣ ਕੇ ਖਾਮੋਸ਼ੀ ਨਾਲ ਸੁਣ ਰਹੇ ਹੋ, ਜਾਂ ਤੁਸੀਂ ਖੁਦ ਉਹਨੂੰ ਬਿਆਨ ਕਰ ਰਹੇ ਹੋ ਉਸ ਬੁਰੀ ਚੀਜ਼ ਨੂੰ, ਔਰ ਉਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਫਿਰ ਤੇ ਤੁਸੀਂ ਉਹਦਾ ਹਿੱਸਾ ਬਣ ਰਹੇ ਹੋ। ਲੇਕਿਨ ਜੇ ਤੁਸੀਂ ਉਹਦਾ ਰੱਦ ਕਰ ਰਹੇ ਹੋ ਔਰ ਉਹਨੂੰ ਕੰਡੈਮ ਕਰ ਰਹੇ ਹੋ ਨਾ, ਤੇ ਤੁਸੀਂ ਉਹਦਾ ਹਿੱਸਾ ਨਹੀਂ ਬਣ ਰਹੇ, ਬਲਕਿ ਤੁਸੀਂ ਲੋਕਾਂ ਦੇ ਮੁਰਦਾ ਦਿਲਾਂ ਵਿੱਚ ਨਵੀਂ ਰੂਹ ਫੂਕਦੇ ਪਿਓ ਤੇ ਨਵੀਂ ਰੂਹ ਬੇਦਾਰ ਕਰਦੇ ਪਿਓ ਕਿ ਜਾਗੋ ਲੋਕੋ ਜਾਗੋ, ਸ਼ਾਤਮੀਅਤ ਹੋ ਗਈ। ਅੱਲਾ ਦੇ ਨਬੀ ਨੂੰ ਗਾਲਾਂ ਕੱਢ ਦਿੱਤੀਆਂ ਲੋਕਾਂ ਨੇ, ਤੇ ਕਹਿੰਦੇ ਨੇ ਅਸੀਂ ਨਬੀ ਪਾਕ ਨੂੰ ਮੰਨਦੇ ਆ, ਤੇ ਤਵੀਲਾਂ ਪੇ ਕਰਦੇ ਨੇ। ਇਹ ਦਰਅਸਲ ਉਹਨਾਂ ਦਾ ਰੱਦ ਕਰਕੇ ਅਸੀਂ ਲੋਕਾਂ ਦੇ ਅੰਦਰ ਈਮਾਨੀ ਜਜ਼ਬਾਤ ਉਹਨਾਂ ਨੂੰ ਉਜਾਗਰ ਕਰ ਰਹੇ ਹਾਂ, ਉਹਨਾਂ ਨੂੰ ਬੇਦਾਰ ਕਰਵਾ ਰਹੇ ਹਾਂ, ਨਾ ਕਿ ਅਸੀਂ ਉਹਦਾ ਹਿੱਸਾ ਬਣ ਰਹੇ। ਤੇ ਇਹ ਤੇ ਜਿੱਥੋਂ ਤੱਕ ਇਹ ਗੱਲ ਹੈ ਕਿ ਬਈ ਹੁਸੈਨੀ ਸਾਹਿਬ ਦੀ ਬਰਾਤ ਤੇ ਹੁੰਦੀ ਹੈ ਜਾਂ ਫਲਾਂ ਜਗ੍ਹਾ ਤੇ ਹੁੰਦੀ ਹੈ, ਮੈਂ ਤਾਂ ਕਹਿੰਦਾ ਜਿੱਥੇ ਹੁੰਦੀ ਹੈ ਨਾ, ਜਿੰਨਾ ਹੀ ਹੁੰਦੀ ਹੈ, ਉਹ ਸਾਰੀਆਂ ਮੈਨੂੰ ਦਿਓ, ਮੈਂ ਉਹ ਸਾਰੀਆਂ ਲੋਕਾਂ ਨੂੰ ਦੱਸ ਕੇ ਇਹਨਾਂ ਗੰਦੇ ਲੋਕਾਂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਰੱਖਾਂ, ਪੇਸ਼ ਕਰਾਂ। ਜਿਸ ਤਰ੍ਹਾਂ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਉਹਦੀ ਕਿਤਾਬ ਲਾਂਤੀ ਦੀ ਉਹਦੀਆਂ ਇਬਾਰਾਤ ਕੋਟ ਕਰ ਕਰਕੇ ਲੋਕਾਂ ਨੂੰ ਦੱਸਿਆ ਕਿ ਲੋਕੋ, ਇਮਾਮ ਬੁਖਾਰੀ ਨੇ ਇਹ ਗੱਲ ਨਹੀਂ ਲਿਖੀ ਜਿਹੜਾ ਇਹ ਹਰਾਮੀ ਕਹਿ ਰਿਹਾ। ਹਾਫਿਜ਼ ਇਬਨ ਕਸੀਰ ਰਹਿਮਹੁੱਲਾ ਨੇ ਇਹ ਗੱਲ ਨਹੀਂ ਲਿਖੀ, ਬਲਕਿ ਗੱਲ ਐਨੀ ਲਿਖੀ ਹੈ, ਇਹ ਆਸ਼ਿਆ ਰਾਈ ਕਰਕੇ ਨਬੀ ਪਾਕ ਦੀ ਗੁਸਤਾਖੀ ਔਰ ਤੋਹੀਨ ਦਾ ਮੁਰਤਕਿਬ ਹੋ ਰਿਹਾ। ਉਹ ਰੱਦ ਕਰਨ ਨਾਲ ਬੰਦਾ ਉਹਦਾ ਹਿੱਸਾ ਨਹੀਂ ਬਣਦਾ। ਇਹ ਲੇਕਿਨ एक गल जरा सुनो, जी अदनान साहब ने गल की ना, वो बहुत सही गल है। ਇਹਦੀ ਵਜ੍ਹਾ ਨਾਲ ਕਿ ਕੋਈ ਇੱਕ ਵਾਕਿਆ ਹੋਇਆ, ਤੁਸੀਂ ਉਹਦਾ ਜ਼ਿਕਰ ਕਰੋ, ਸਾਰਾ ਦਿਨ ਬਹਿ ਕੇ ਉਹਦੇ ਤੇ ਬਰਾਡਰ ਲਾਓਗੇ, ਤੇ ਜਿਹੜੀ ਉਹ ਗੱਲ ਕਹਿ ਰਹੇ ਨਾ ਬਿਲਕੁਲ ਦਰੁਸਤ ਹੈ ਕਿ ਤੁਸੀਂ ਸ਼ਾਤਮੀਅਤ ਨੂੰ ਇਤਨਾ ਆਮ ਕਰ ਦਿਓਗੇ ਲੋਕਾਂ ਦੇ ਕੰਨਾਂ ਨੂੰ ਕਿ ਉਹ ਸਮਝਣਗੇ ਕਿ ਇਹ ਤਾਂ ਕੋਈ ਸ਼ਾਤਮੀਅਤ ਰਹੀ ਨਹੀਂ, ਹਰ ਬੰਦਾ ਇਹੀ ਕਰ ਰਿਹਾ। ਤੇ ਸਾਰਾ ਦਿਨ ਜੇ ਤੁਸੀਂ ਇਹੀ ਕਰੋਗੇ ਤੇ ਫਿਰ ਜ਼ਾਹਿਰ ਹੈ ਇਸ ਤੋਂ ਵੱਡੀ ਸ਼ਾਤਮੀਅਤ ਕੋਈ ਨਹੀਂ ਹੋ ਸਕਦੀ। ਤੁਸੀਂ ਇੱਕ ਸ਼ਖਸ ਦਾ ਕੋਈ ਅਮਲ ਹੈ, ਉਹਨੂੰ ਉਹਦੇ ਤੋਂ ਬਰਾਤ ਦਾ ਇਜ਼ਹਾਰ ਤੁਸੀਂ ਕਰ ਸਕਦੇ ਹੋ ਕਿ ਇਹਨੇ ਗਲਤ ਕੰਮ ਕੀਤਾ ਹੈ। ਅਗਰ ਉਹ ਸਾਰਾ ਵਕਤ ਉਹੀ ਦੁਹਰਾਏਗਾ, ਹਰ ਸ਼ਖਸ ਬੰਦਾ ਆ ਕੇ ਪੁੱਛੇ ਕੀ ਕਿਹਾ ਇਹਨੇ, ਉਹ ਤੁਸੀਂ ਦੁਹਰਾਓਗੇ ਸਾਰਾ ਕੁਝ, ਉਹ ਹਰ ਬੰਦਾ ਫਿਰ ਨਵਾਂ ਆ ਜਾਏਗਾ। ਤੇ ਇਹਦੇ ਵਜ੍ਹਾ ਨਾਲ ਕੰਨ ਜਿਹੜੇ ਨੇ ਮਾਨੂਸ ਹੋ ਜਾਣਗੇ ਕਿ ਜੀ ਇਹ ਤੇ ਕੋਈ ਹਰ ਬੰਦਾ ਕਰ ਹੀ ਰਿਹਾ ਹੈ, ਐਸੀ ਕੋਈ ਗੱਲ ਨਹੀਂ। ਤੋ ਇਹ ਸਭ ਤੋਂ ਵੱਡੀ ਗੁਸਤਾਖੀ ਹੈ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ। ਇੰਜ ਵੀ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਹਦੀ ਪੋਸੀਬਿਲਿਟੀ ਤੇ ਹੈ, ਲੇਕਿਨ ਸਾਡਾ ਈਮਾਨ ਵੇਖੋ, ਸਾਡਾ ਜਜ਼ਬਾ ਵੇਖੋ। ਅਸੀਂ 3 ਦਿਨ ਤੋਂ
ਇਹਨੂੰ ਟੰਗੇ ਹੈ, ਇੱਕ ਵਾਰੀ ਵੀ ਉਹਦੀ ਗੱਲ ਅਸਾਂ ਨਾ ਦੁਹਰਾਈਏ, ਨਾ ਉਹਦੀ ਇੱਥੇ ਲਿਖੀ ਪੇਸਟ ਕਰਕੇ ਲੋਕਾਂ ਨੂੰ ਵਿਖਾਈ, ਇੱਕ ਵਾਰੀ ਵੀ। ਜੇ ਤੇ ਅਸੀਂ ਉਹਨੂੰ ਬਾਰ-ਬਾਰ ਦੁਹਰਾਵਾਂਗੇ ਤਾਂ ਪੋਸੀਬਿਲਿਟੀ ਹੈ ਕਿ ਸ਼ਾਇਦ ਲੋਕਾਂ ਦੇ ਕੰਨ ਮਾਨੂਸ ਹੋ ਜਾਣਗੇ। ਬਿਲਕੁਲ ਠੀਕ, ਪੋਸੀਬਿਲਿਟੀ ਹੈ। ਅਸੀਂ ਉਹਨੂੰ ਦੁਹਰਾਉਂਦੇ ਨਹੀਂ, ਬਲਕਿ ਅਸੀਂ ਲੋਕਾਂ ਨੂੰ ਸਿਰਫ ਦੱਸਣੇ ਪਏ ਹਾਂ ਕਿ ਇਹਨਾਂ ਨੇ ਇਹ ਸ਼ਾਤਮੀਅਤ ਕੀਤੀ, ਇਹਨਾਂ ਦੇ ਭਰਾ ਨੇ ਇਹ ਫਤਵਾ ਦਿੱਤਾ, ਤੇ ਉੱਥੇ ਮਿਰਜ਼ਾ ਸਾਹਿਬ ਦਾ ਫਤਵਾ ਹੈ, ਵੱਡਾ ਫਤਵਾ ਪਿਆ ਕਿ ਨਬੀ ਪਾਕ ਦਾ ਸ਼ਾਤਮ ਹਰਾਮ। ਖੁਦ ਸੋਚੋ, ਜਦੋਂ ਤੁਸੀਂ ਕਹੋਗੇ ਇਹ ਸ਼ਖਸ ਨੇ ਇਹ ਸ਼ਾਤਮੀਅਤ ਕੀਤੀ, ਸੁਣਨ ਵਾਲੇ ਦੇ ਜ਼ਿਹਨ 'ਚ ਆਏਗਾ ਨਹੀਂ ਅੱਛਾ ਕੀ ਸ਼ਾਤਮੀਅਤ ਕੀਤੀ। ਤੁਸੀਂ ਇੱਥੇ ਨਹੀਂ ਦੱਸ ਰਹੇ ਤੇ ਉਹ ਤੁਹਾਡੇ ਬਾਕੀ ਸਾਥੀ ਜਿਹੜੇ ਨੇ ਪੇਟੀ ਭਰਾ ਬੈਠੇ ਨੇ ਉਹਨਾਂ ਕੋਲ ਪੁੱਛ ਲੇਗਾ। ਲੇਕਿਨ ਇਹ ਕਹਿਣਾ ਕਿ ਜੀ ਅਸੀਂ ਨਹੀਂ ਦੁਹਰਾ ਰਹੇ, ਵੀ ਜਦੋਂ ਕੋਈ ਸ਼ਖਸ ਸੁਨੇਗਾ ਤੁਸੀਂ ਕਹਿ ਰਹੇ ਹੋ ਜੀ ਇਹ ਸ਼ਖਸ ਨੇ ਸ਼ਾਤਮੀਅਤ ਕੀਤੀ, ਇਹ ਨੈਚੁਰਲ ਹੈ, ਹਰ ਸ਼ਖਸ ਸੋਚੇਗਾ ਕੀ ਕੀਤੀ, ਜ਼ਾਹਿਰ ਉਹ ਪੁੱਛੇਗਾ ਇੱਧਰ ਉੱਧਰ, ਉਹਨੂੰ ਫਿਰ ਪਤਾ ਲੱਗੇ ਇਹ ਕੀਤੀ, ਫਿਰ ਅਗਲਾ ਉਹਦੇ ਕੋਲ ਪੁੱਛੇਗਾ, ਉਹ ਫਿਰ ਦੱਸੇਗਾ, ਤੇ ਸ਼ਾਤਮੀਅਤ ਕਿੱਡੀ ਆਮ ਹੋ ਜਾਏਗੀ, ਤੇ ਕਰਵਾਉਣ ਵਾਲੇ ਫਿਰ ਤੁਸੀਂ ਹੋ ਜਾਓਗੇ। ਇਸ ਤਰ੍ਹਾਂ ਆਮ ਨਹੀਂ ਹੁੰਦਾ ਸਾਹਿਬ। ਉਹ ਸ਼ਾਤਮੀਅਤ ਜਾ ਕੇ ਜਿੱਥੋਂ ਮਰਜ਼ੀ ਵੇਖ ਆਵੇ, ਨਾ ਸਾਨੂੰ ਕਿਸੇ ਬੰਦੇ ਨੇ ਅੱਜ ਤੱਕ ਸਵਾਲ ਕੀਤਾ 3 ਦਿਨਾਂ 'ਚ, ਨਾ ਅਸੀਂ ਇਹਨੂੰ ਦੁਹਰਾਇਆ, ਨਾ ਅਸੀਂ ਇਹਨੂੰ ਪੇਸਟ ਕੀਤਾ, ਨਾ ਅਸੀਂ ਇਹਨੂੰ ਸਾਹਮਣੇ ਲਾਇਆ। ਤੇ ਅਗਰ ਉਹ ਬਾਹਰੋਂ ਜਾ ਕੇ ਕਿਹਨੂੰ ਵੇਖਦਾ ਪਿਆ ਤੇ ਅਸੀਂ ਹੁਣ ਉਹਦੇ ਘਰ ਦੇ ਤੇ ਜ਼ਿੰਮੇਦਾਰ ਨਹੀਂ ਹਾਂ, ਲੇਕਿਨ ਸ਼ਾਤਮ ਨੂੰ ਅਗਰ ਸ਼ਾਤਮ ਹੀ ਨਾ ਆਖਾਂਗੇ ਔਰ ਉਹਦਾ ਚਿਹਰਾ ਗੰਦਾ ਬੇਨਕਾਬ ਨਾ ਕਰਾਂਗੇ, ਲੋਕਾਂ ਨੂੰ ਨਾ ਵਹਾਵਾਂਗੇ, ਤੇ ਉਹਨੂੰ ਮਜ਼ੀਦ ਮੌਕਾ ਮਿਲੇਗਾ, ਅਗਲੀ ਵਾਰੀ ਫਿਰ ਕਰੇਗਾ। ਉਹਨੂੰ ਵਹਾਣਾ ਚਾਹੀਦਾ ਹੈ, ਲੋਕਾਂ ਦੇ ਅੱਗੇ ਉਹਨੂੰ ਨੰਗਿਆਂ ਕਰਨਾ ਚਾਹੀਦਾ ਹੈ, ਔਰ ਲੋਕਾਂ ਨੂੰ ਜਗਾਉਣਾ ਚਾਹੀਦਾ। ਦਫਾ ਤੁਸੀਂ ਦਿਖਾ ਦਿੱਤਾ ਚਿਹਰਾ, ਚਲੋ ਖਤਮ ਹੋ ਗਈ ਗੱਲ। ਤੁਸੀਂ ਸਾਰਾ ਦਿਨ ਹੀ ਲੈ ਕੇ 3 ਦਿਨ ਤੋਂ ਇਹੀ ਕੰਮ ਕਰੋ, ਤੇ ਮੇਰਾ ਮਤਲਬ ਕਿ ਕੋਈ ਨਾਦਾਨੀ ਇਹਨੂੰ ਸਮਝੀ ਜਾਏਗਾ, ਇਹ ਕੋਈ ਦੀਨ ਦੀ ਖਿਦਮਤ ਨਹੀਂ ਸਮਝੀ ਜਾਏਗੀ। ਬਹਰਹਾਲ ਤੁਹਾਡੀ ਮਰਜ਼ੀ ਆਪਣੀ, ਤੁਸੀਂ ਜੋ ਚਾਹੋ ਕਰੋ। ਇਹਦਾ ਜਵਾਬ ਹੈ, ਮੈਂ ਚੌਹਾਨ ਸਾਹਿਬ, ਮੈਂ ਤੁਹਾਨੂੰ ਪਤਾ ਦਲੀਲ ਨਾਲ ਗੱਲ ਕਰਨਾ, ਤੁਸੀਂ ਜਿਹੜੀ ਗੱਲ ਕਰਦੇ ਮੈਂ ਹਰ ਤੁਹਾਡੀ ਗੱਲ ਨੂੰ ਦੱਸ। ਅਸਲ ਮਸਲਾ ਇਹ ਵੇ ਕਿ ਟਿਕਟਾਕ ਦੀ ਸਾਇੰਸ ਇਹ ਵੇ ਕਿ ਲੋਕੀ ਜਿਹੜੇ ਸਵੇਰ ਆ ਰਹੇ ਨੇ ਉਹ ਸ਼ਾਮ ਨੂੰ ਅਵੇਲੇਬਲ ਨਹੀਂ ਹੁੰਦੇ, ਜਿਹੜੇ ਸ਼ਾਮ ਨੂੰ ਅਵੇਲੇਬਲ ਹੁੰਦੇ ਨੇ ਕਈ ਵਾਰੀ ਉਹ ਸਵੇਰ ਸੁੱਤੇ ਹੁੰਦੇ ਨੇ, ਦੁਪਹਿਰੀ ਸੁੱਤੇ ਹੁੰਦੇ ਨੇ, ਰਾਤ ਨੂੰ ਜਾਗ ਰਹੇ ਹੁੰਦੇ ਨੇ, ਕਈ ਰਾਤ ਨੂੰ ਸੁੱਤੇ ਹੁੰਦੇ ਨੇ, ਤੇ ਸਵੇਰ 8 ਵਜੇ ਮੇਰੇ ਆ ਟਿਕਟਾਕ ਦਾ ਟਾਈਮਿੰਗ ਮੁਖਤਲਿਫ ਹੁੰਦੀ ਹੈ। ਬੰਦੇ ਵਕਫੇ ਨਾਲ ਆਉਂਦੇ ਜਾਂਦੇ ਰਹਿੰਦੇ ਨੇ ਮੁਸਲਸਲ। ਜਿੰਨੀ ਦੇਰ ਅਸੀਂ ਟਿਕਟਾਕ ਦੇ ਉੱਤੇ ਰਹਿੰਦੇ ਉਨੀ ਦੇਰ ਕੋਈ ਵੀ ਬੰਦਾ ਇੱਥੇ ਅਵੇਲੇਬਲ ਨਹੀਂ ਹੁੰਦਾ, ਤੇ ਜੋ ਬੰਦੇ ਆਉਂਦੇ ਨੇ ਵਾਰੀ ਉਹ ਵੇਖਦੇ ਜਾਂਦੇ ਨੇ, ਚਲੇ ਜਾਂਦੇ ਨੇ, ਉਹਨਾਂ ਦੇ ਇਲਮ 'ਚ ਇਜ਼ਾਫਾ ਹੋ ਜਾਂਦਾ ਹੈ, ਤੇ ਉਹਦੇ ਬਾਅਦ ਉਹ ਚਲੇ ਜਾਂਦੇ ਨੇ, ਫਿਰ ਨਵੇਂ ਬੰਦੇ ਆ ਜਾਂਦੇ ਨੇ। ਇਸ ਤਰ੍ਹਾਂ ਨਹੀਂ ਹੈ ਕਿ ਉਹ ਅਸੀਂ ਕੰਟੀਨਿਊਸਲੀ ਇੱਕ ਹੀ ਬੰਦੇ ਨੂੰ ਜਾਂ ਉਹ ਹੀ ਸੇਮ ਬੰਦਿਆਂ ਨੂੰ ਬਾਰ-ਬਾਰ ਦਿਖਾ ਰਹੇ ਹਾਂ, ਬਲਕਿ ਬੰਦਿਆਂ ਦੀਆਂ ਸ਼ਿਫਟਾਂ ਚੇਂਜ ਹੋ ਰਹੀਆਂ ਨੇ, ਬੰਦੇ ਆ ਰਹੇ ਨੇ ਜਾ ਰਹੇ ਨੇ, ਅਸੀਂ ਉਹਨਾਂ ਨੂੰ ਸਭ ਨੂੰ ਵਾਰੀ ਦਿਖਾ ਰਹੇ ਕਿ ਇਹ ਜ਼ੁਲਮ ਹੋ। देखो किसी को भी अगर साबित करना हो ना आपने कि वो शातिम है, तो वो ऐसी शख्सियत होनी चाहिए जिसके पीछे इसका इन्फ्लुएंस एक कसीर तादाद के लोगों पर हो। मसलन अगर सुनाल अमृतसरी ने किसी किताब के रद्द लिखा है तो वो मशहूर एक किताब थी जिसको पढ़ने वाले या उससे मुतासिर होने वाले लाखों लोग थे बड़े सगीर में, तो एक बड़ी चीज़ थी, नुमाया चीज़ थी, कोई आइसोलेटेड मामला नहीं था ऐसा कि एक अननोन कोई बंदा था, अननोन कोई किताब थी, उसका वो रद्द लिखने बैठ गए और लोगों को ये शातमियत बताना शुरू कर दिया। ठीक है, तो हमेशा ऐसे शख्स के बारे में आप अपना टाइम लगाते हैं कि जो शख्स जो हो बहुत नुमाया हो, बहुत एक रहनुमा की हैसियत रखता हो और उससे लोग मुतासिर हो कि उसकी या बैत में हो या इस तरह के मामले हों, वो अपना दीन बार का फैसला करने वाले हों। लेकिन एक ऐसे शख्स के पीछे आप अपना टाइम लगाएं जिसको आमतौर पर कोई ना जानता हो या जिसको कोई भी शख्स हुज्जत ना समझता हो, वो महज एक ज़ाती लड़ाई है और झगड़ा है, उसके अलावा कोई इस चीज़ का नाम नहीं, इसको नबी पाक की मोहब्बत का नाम नहीं दिया जा सकता। क्योंकि मैं सुनता रहता हूँ आपके बारे में, वो किस तरह की ज़ुबान इस्तेमाल करते हैं, आप किस तरह की ज़ुबान इस्तेमाल करते हैं। और लास्ट टाइम जो इंसिडेंट हुआ एक ब्रॉड के ऊपर, ताहिर की ब्रॉड पे, तो वो उसकी खुन्नस में आके आपने ये मामला शुरू कर दिया। अदरवाइज़ इसका नबी पाक सल्लल्लाहु अलैहि वसल्लम की मोहब्बत से दूर का भी कोई ताल्लुक़ नहीं है। महज एक बंदे के नाम ले लेंगे, उससे कोई ना तो उसकी ज़ात पर कोई फ़र्क पड़ना है, ना ही जमात के लोगों या किसी दूसरे शख्स की ज़िंदगी में इस चीज़ का कोई असर है। बाकी ठीक है, आपकी मर्ज़ी, जो करें, मुझे इजाज़त दीजिए। अदनान साहब, बात यह है कि जब हम किसी बंदे को इस तरह हाईलाइट करते हैं ना, तो असल में तो वो बंदा यहाँ पर जमात अहमदिया का मुबल्लिग है, वो जमात अहमदिया की तबलीग कर रहा है। जब उसका मुंह काला होता है
जब उसकी ये शक्ल लोगों को दिखाई देती है तो लोगों को पूरी जमात अहमदिया पीछे दिखाई देती है कि जमात अहमदिया सारी यही काम कर रही है। फिर ये है कि मुतअद्दिद वाक़यात हैं, सिर्फ एक वाक़या हो तो बंदा कहता है चलो एक बंदे ने एक वाक़या कर दिया तो इससे कोई सारी जमात तो साबित नहीं। जब ये मुतअद्दिद वाक़यात लोगों के सामने पेश किए जाते हैं और वो सारे आपकी जमात से ताल्लुक़ रख रहे होते हैं तो यही साबित होता है कि जमात अहमदिया की ये सरगर्मियाँ हैं, ये वो कर रहे हैं। इससे फ़ायदा है हमारी नज़र में, हम तो इसको फ़ायदा समझ के कर रहे हैं, लोगों को बता रहे हैं कि जमात अहमदिया को जो भी बात आप कहेंगे मिर्ज़ा साहब के बारे में जवाबतन वो नबी अलैहिस्सलातु वस्सलाम को कहेंगे। तो ये है इनकी तबलीग, ये है इनका असल चेहरा। हमें ये काम जारी रखना। हमने तो खुद ही कह दिया कि जो कोई भी हद तक वाला कलमा कहेगा हरामजादा है। तो मिर्ज़ा साहब के फॉलोअर अगर ये काम कर रहे हैं तो वो मिर्ज़ा साहब के फॉलोअर ही नहीं है, कोई और लोग हैं ना। आप उनको पेश करें फॉलोअर के तौर पर, क्योंकि वो तो उस बात के खिलाफ काम कर रहे हैं। तो इसका जमात से कोई ताल्लुक नहीं। ना इसका मिर्जा साहब ने तो हरामजादा करार दिया हुआ है ना जो शातिर। तो यही तो मैं कह रहा हूँ कि मिर्ज़ा साहब के मुताबिक हज़रत मोहम्मद सल्लल्लाहु अलैहि वसल्लम की हत्या करने वाला हरामजादा है, और अगर कोई कर रहा है तो वो मिर्ज़ा साहब का पैरोकार नहीं हो सकता, वो कोई हरामजादा है। हम भी यही कह रहे हैं, हम भी यही लिख कर बैठे हुए हैं कि इस हरामजादे मिर्ज़ाई ने नबी पाक को गालियां दी हैं और इसके भाई ने इसको बदले में शातिम रसूल करार दिया। हम भी यही कह रहे हैं। ठीक है, हम अगे भी चलो। फोकस करते रहना है। किसी क्या मलक साहब भी आगे ने दुबई तो कोई ओहदा नहीं है, कोई उसने कोई किताब नहीं लिखी हुई, कोई ऐसे कोई प्रोमिनेंट बंदा नहीं, एक आम आदमी है जैसे टॉम डिक एंड हैरी लोग, लल्लू पंजू कोई भी फिर चले फिरते हैं लोग। एक बात आपने कर दी बस, तो इसको लेके क्या अहमियत देनी उस बंदे की, बड़ा कोई ने मार का मारे। मलक साहब है पीड़ा वो बात तो हम और ही कर रहे हैं, उसको तो सिर्फ लटकाया हुआ है कि ये लटकता रहे। तस्वीर जी वो पहले तो डिफरेंट है, मेरे ख्याल है शायद रियल तस्वीर है। जी जी ये रियल होंगी तस्वीर। बम्बास्टिक तो बड़ा खुश हो रहा सी कि मेरी बहुत ज्यादा पजीराई हो रही है। किसान ਦੇ ਖੁਦਫਾਲ ਬਦਲਦੇ ਰਹਿੰਦੇ ਨੇ ਨਾ ਵਕਤ ਦੇ ਨਾਲ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਉਹ ਪੜਨਾ ਬੜਾ ਮੁਸ਼ਕਲ ਹੈ। ਚੌਹਾਨ ਸਾਹਿਬ ਤੁਸੀਂ ਨਹੀਂ ਮਹਿਸੂਸ ਕਰ ਸਕੇ, ਉਹ ਇੰਨਾ ਫਰਸਟ੍ਰੇਟਡ ਸੀ ਕਿ ਉਹ ਰਾਣਾ ਰਾਸ਼ਦ ਨੂੰ ਖਾਣ ਨੂੰ ਪੈਂਦਾ ਪਿਆ ਸੀ ਰਾਤੀ ਵੀ। ਪਰਸੋਂ ਰਾਤ ਤੱਕ ਗਿਆ ਵਾਕਿਆ, ਉਹ ਕੱਲ ਰਾਤ ਵੀ ਖਾਣ ਨੂੰ ਪੈਂਦਾ ਪਿਆ ਸੀ। ਉਹਨੂੰ ਅਫਸੋਸ ਹੈ ਕਿ ਉਹਦੀ ਮਤਲਬ ਤਸਵੀਰ ਲਾ ਕੇ ਉਹਦੇ ਤੇ ਗੱਲਾਂ ਕੀਤੀਆਂ ਜਾ ਰਹੀਆਂ। ਯਕੀਨਨ ਜਿਹਦੀ ਵੀ ਤਸਵੀਰ ਲਟਕਾ ਕੇ ਲੋਕ ਉਹਨੂੰ ਸ਼ਾਤਮ ਰਸੂਲ ਕਰਾਰ ਦੇ ਰਹੇ ਹੁਣ ਉਹਨੂੰ ਖੁਸ਼ੀ ਨਹੀਂ ਹੁੰਦੀ ਹੈ, ਕਿਉਂਕਿ ਆਪਣੇ ਵੀ ਜ਼ਾਹਿਰ ਹੁਣ ਉਹ ਤਾਹਿਰ ਹੈ ਮਿਰਜ਼ਾਈ, ਉਹਦੀ ਬਰਾੜ ਤੇ ਗਿਆ ਤੇ ਉਹਨੇ ਆਖਿਆ ਤੁਸੀਂ ਚਲੇ ਜਾਓ ਜਮੀਲ ਸਾਹਿਬ, ਤੁਸੀਂ ਨਾ ਮੇਰੀ ਬਰਾੜ ਤੇ ਆਵਾ। ਅੱਛਾ ਹਾਂ, ਯਾਨੀ ਆਪਣੇ ਬਰਾਡਾਂ ਤੇ ਉਹਨੂੰ ਕਿਹਾ ਜਾ ਰਿਹਾ ਕਿ ਤੁਸੀਂ ਗਲਤ। ਜੀ 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 ਇਹ ਬੜੀ ਗੱਲ ਹੈ ਕਿ ਮਿਰਜ਼ਾਈਆਂ ਨੂੰ ਹੋਸ਼ ਆਈਏ, ਵਰਨਾ ਤੇ ਮਿਰਜ਼ਾਈ ਤੁਹਾਨੂੰ ਪਤਾ ਹੁਸੈਨੀ ਦੀ ਬਰਾੜ ਤੇ ਮਿਰਜ਼ਾਈ ਬੰਬਾਸਟਿਕ ਨੂੰ ਆਪਣਾ ਤਰਜਮਾਨ ਬਣਾ ਕੇ ਪੇਸ਼ ਕਰਦੇ ਸੀ। ਬੰਬਾਸਟਿਕ ਸਾਹਿਬ ਆ ਗਏ ਅਬ ਸਾਰੇ ਚੁੱਪ ਕਰ ਗਏ, ਬਸ ਇਹ ਬੋਲੇ। राणा ही आंदा थी बम्बास्टिक को बात करने दे। ਉਹ ਸਬਰ ਸਾਈਡ ਔਰ ਉਹ ਸਾਰੇ ਵੈਸੇ ਕਹਿੰਦੇ ਸੀ ਅਬ ਆ ਗਏ ਬੰਬਾਸਟਿਕ ਸਾਹਿਬ, ਤਾਂ ਬੰਬਾਸਟਿਕ ਕਰ ਕੀ ਕਰੇ, ਕੋਈ ਇਲਮੀ ਗੁਫ਼ਤਗੂ ਕਰ ਗਾਲਾਂ ਕੱਢਦਾ ਬਸ। ਮਿਰਜ਼ਾਈ ਕਹਿੰਦੇ ਨੇ ਜੀ ਹਾਂ ਇਹ ਬੜਾ ਅੱਛਾ ਸਾਡਾ ਤਰਜਮਾਨ ਹੈ।
ملک صاحب بغیر سلام تو بات ہوئی ٹور گئے تھو اصلی ہے نا کیا دلی برودی جو جالی عامر نذیر صاحب کتنے گئے؟ بھی ہاں گئے نے آ جاندے کو کال آئی ہوئی ملک صاحب اصلی نے آواز پہچان لی اسی ہائے پیڑا عامر نذیر پیچھے جاندہ ہے تے براڈ دی رونق ختم ہو جاندی ملک صاحب اصل میرا خیال ہے آج کوئی عامر نذیر کس نے بنائی ہے اسی جی ہاں عامر نذیر جیا کوئی بندہ نہیں ریل بھی آ گیا السلام علیکم ورحمۃ اللہ۔ وعلیکم السلام جی میں نے سوچا آپ لوگوں کو میں تھوڑا سا سلام دعا کر لوں، اگر آپ لوگوں کے آپسی جھگڑے ختم ہو گئے ہوں تو پھر کوئی تبلیغ ہو جائے اور حضرت یہ مرزا ملک صاحب کو کرنے تبلیغ ملک صاحب آئے ہوئے ہیں آپ کے پاس امنگ میاں تم رد مرزائیت کا کام شروع کرو، یہ مسلمان بیچارے تو آپس میں لڑتے رہتے ہیں ہر وقت۔ نہیں میں تو بس اصلاح کر بتاؤ سکتا ہوں مرزا لوگوں کی۔ مسرور صاحب سے تم کیوں متاثر تھے؟ مرزا مسرور صاحب سے کیا بات تھی جس کی وجہ سے تم کہتے تھے وہ ایدہ اللہ تعالی ہیں؟ نہیں میں کسی سے بھی متاثر نہیں تھا، میں تو خود حضرت مرزا صاحب سے پہلے دن سے اختلاف کرتا تھا ان کی عبارات سے، جس کی وجہ سے مجھے لوگ عامر نذیر صاحب کا پہلے ہی پلانٹڈ کہتے تھے، تو میں تو ان کی عبارتوں سے پہلے ہی اختلاف کرتا تھا چوہان انکل اس طرح کی عبارت تم سے، نے وہ آیت تو فیملی استخلاف کی وجہ سے تفسیر پڑھی فیملی ہے؟ ریلیشن میں۔ آیت استخلاف کی تفسیر پڑھی تھی تم نے؟ جی میں ابھی آپ تو کو تمہیں سمجھا توفیق دیتا نہیں ہوں ہوئی؟ آیت استخلاف کی۔ جی میں ابھی سمجھا دیتا ہوں آپ کو، میں بات ختم جاؤ۔ کمپلیٹ کر لیتا ہوں نا، پھر میں آپ کو بتاتا ہوں۔ اصل میں سارا مسئلہ یہ تھا کہ فیملی پریشر تھا اور اس میں فیملی میں رہنا تھا، کچھ پراپرٹی کے ایشوز تھے، تو مجھے تھوڑا وہیں پر ایسے رہنا تھا، اختلاف کر کے بھی مجھے جماعت کے اندر ہی رہنا تھا، اور آپ لوگوں کی دعا سے الحمدللہ مجھے شوکس نوٹس بھی آ گیا ہے، تو اب دیکھتے ہیں آگے کیا ہوتا ہے۔ میرے لیے استقامت کی دعا کیجیے گا اور بس میرے لیے دعا کیجیے گا۔ باقی استخلاف کی بات ہے تو بھائی میں نے نہیں پڑھی ابھی تک، اب میں پڑھوں گا۔ میں خلیفۃ الثانی کی میں وہ بھی پڑھ رہا تھا، سوچا تھا خلیفۃ کسی الثانی کی مرزائی میں کو تفسیر پڑھوں۔ یہ توفیق نہیں ہونے لگی کہ وہ آیت استخلاف کی تفسیر پڑھے، یہ تم لوگوں پر نہ خدا تعالیٰ کی لعنت ہے سب مرزائیوں پر کہ مرزا صاحب لکھ کے گئے ہیں تم نے نہیں اس کو پڑھنا، یہ تم سب پر لعنت پڑی جزاک ہوئی اللہ ہے۔ ہر مرزائی کہتا ہے میں نے جزاک نہیں اللہ پڑھنا، وحسن الجزا، جزاک یہ اللہ ہے وحسن مرزائیت الجزا، پر لعنت۔ جزاک اللہ وحسن الجزا۔ میں اصل میں یہ سوچ رہا تھا کس کی تفسیر پڑھوں، خلیفۃ الثانی کی پڑھوں یا ہمارے سرکاری مسلمان بھائی جو ہیں ہمارے مسلمان بھائی جو ہیں ان کی پڑھوں۔ میں خود یہ سوچ رہا نہیں، تھا خلیفۃ اب الثانی تم کی پڑھ لیتا ہوں۔ فتاوی رضویہ پڑھا کرو، 15 جلدیں ہیں، تمہارے مرنے تک تم پر پوری ہو جائیں گی، تو وہ پڑھا کرو کیونکہ اصل دین تو وہاں پہ ہے۔ مرزا صاحب کو تو تم نے چھوڑ دیا ہے، اصل دین تو اللہ اور اللہ کے اصل رسول دین کی جہاں طرف پہ ہے وہ پڑھو۔ اصل دین تو فتاوی رضویہ چوہان جن نے انکل لکھی اصل ہے دین ساڈا وہ نبی نہیں ہے، اللہ اور اللہ کے رسول کی طرف ٹھیک ہے، ہے، جس پہ مجھے علامہ صاحب نے بلایا ہے، اللہ اور اللہ کے رسول کی طرف۔ اصل دین تو ساڈا وہی ہے کوئی نا، نبی اب نہیں حضرت ہے، مرزا ساڈا صاحب نے بھی تو وہی دین پیش کیا، ساڈا لیکن اس کوئی میں کچھ خبر جن نے تحریفات فتاوی کی ہیں۔ لکھی ہے نا وہ فتاوی ساڈا رضویہ نبی نہیں ہے۔ کسی اور کی طرف بلایا جا رہا ہے، وہ بھی اللہ اور اللہ کے رسول کی طرف ہی بلا رہے ہیں، اعلی حضرت وہ کسی اور طرف بلا حضرت رہے ہیں۔ مرزا صاحب نے بھی اسی دین کی طرف وہ بلایا تھا، لیکن مرزا صاحب اپنی کو کچھ چھوڑو یار، اب تو تم نے تحریفات ان کر کو، لی تھی۔ اب تم نے چھوڑ دیا مرزا صاحب کو، چھوڑو وہاں سے، تم نے تو کچھ نہیں ملا تمہیں، تم مایوس ہو کے تم نے مرزا صاحب کو چھوڑ دیا۔ اب فتاوی رضویہ کی 15 جلدیں شروع کرو تاکہ تمہیں پتہ چلے کہ اصل دین نہیں کیا تو اب ہے۔ میں کیا حضرت جمعہ صاحب علیہ رحمہ کی بات شروع کرتا ہوں پھر،
हजरत जब्बा साहब अलैहि रहमा की अगर तुमने मैं मिर्जा तबलीग साहब को शुरू छोड़ा तो जंबा साहब के तो तुम नजदीक भी नहीं जा सकते। मिर्जा साहब को छोड़ दिया है तो जंबा साहब के तो वो है ही नहीं। मिर्जा साहब, जंबा साहब तो अच्छा कहते हैं ये मैं लोग जितने भी मिर्जा हैं साहब का जेल लूं। हजरत सुने अगर सुने मिर्जा साहब को सुने तुमने सुने नहीं माना तो जंबा चौहान साहब अंकल के खेत मूल में। चौहान अंकल मेरी बात सुने, चौहान अंकल मेरी बात सुनो। हजरत हजरत मिर्जा साहब हो या हजरत जंबा साहब अलैहि रहमा हो या खलीफतुल सानी हो, कोई भी हो, ये सब अल्लाह और अल्लाह के रसूल की ही बात करते थे ना, या इन्होंने अपनी तहरीफात की है? मुझे बता दें। इन्होंने बीच में जो ऐसी खच मारी है अपनी किताबों में, बीच में बंड मारे, उससे इख्तिलाफ था। बाकी ये भी कहीं कहीं कहते थे कि अल्लाह एक है, रहमाना को ये भी तुम कहीं उनको कहीं कहते थे कज़ाब अल्लाह एक दज्जाल है, को, फिर जाके अल्लाह का बेटा भी बन जाते हैं। जो तुम उनको फिर हजरत मानते मिर्जा हो साहब ना अल्लाह का बेटा कज़ाब भी बन जाते दज्जाल, हैं, वो और जमात करो वाले भी अलैहि मानते रहमाना हैं, को। और जमात वाले भी मानते हैं, और जमात वाले भी मानते हैं कि हजरत साहब अल्लाह के बेटे हैं इश्तारा के तौर पे। तो ऐसे बंदे पे आप लानत नहीं भेजेंगे जो बंदा ये कहता है कि मैं अल्लाह का तुम बेटा हूँ? लानत भेजो, तुम फतावा रिजविया पढ़ो। जो लानती कलाम तुमने क्यों भाई पढ़ना है? फतावा रिजवी मेरे लिए हुज्जत नहीं है, फतावा मेरे लिए रिजविया में हुज्जत तुम्हें कुरान दीन और पता हदीस है। चलेगा, असल दीन क्या है। नहीं, मैं नहीं जानता फतावा रिजविया क्या होता है, मैं सिर्फ कुरान और हदीस को जानता हूँ। अल्लामा साहब ने मुझे कुरान और हदीस की तरफ कुरान बुलाया और है, हदीस, फतावा रिजविया या कुरान और सीरत हदीस सनाई ही की तो तरफ नहीं समझा बुलाया। है। फतावा रिजविया में उन्होंने कोई और बातें लिखी है, कुरान और हदीस की नहीं पढ़ लिखी। मुझे तो कुरान अल्लामा और हदीस साहब ही ने समझाया कुरान और उन्होंने। हदीस की तरफ बुलाया है। चौहान अंकल, मुझे अल्लामा साहब ने कुरान और हदीस की तरफ बुलाया। फतावा रिजविया या सीरत सनाई या रूहानी खजाइन या इन चीज़ों पे मुझे नहीं बुलाया, मुझे कुरान और हदीस की फतावा तरफ अल्लामा साहब ने रिजविया बुलाया और मैंने तुम्हारा दौड़ लगा ख्याल दी। है, अगर तुम्हारा अल्लामा साहब की जगह कोई और भी मुझे बुलाता मैं उसकी तरफ भी जाता। ओ गालते सुन ले भाई। हजरत मिर्जा तुम्हारा साहब क्या ने ख्याल है? हजरत मिर्जा साहब फतावा ने रिजविया हजरत में मिर्जा कोई साहब गलत ने बात लिखी कुरान गई और है? हदीस पे तहमत लगाई है ना। हजरत मिर्जा साहब ने कुरान और हदीस में और तहरीफात की सुन है तो ना। ले बात चौहान मिर्जाई, अंकल, हजरत मिर्जाई मिर्जा गल साहब सुन ने ले। अपनी जब 52 साल के बाद, हजरत मिर्जा साहब ने ओ 52 साल के बाद मिर्जाई, सिर्फ और मिर्जा सिर्फ साहब कुरान ने और छड़ हदीस पे दे। तहमत ही ओ लगाई है। मिर्जाई, ओ मिर्जाई लानती हजरत मिर्जा मिर्जा साहब ने छड़ साहब दे। ने कुरान और हदीस पे जितनी तहमतें लगाई हैं, जितनी ओ तहरीफात भाई की है छोड़ 52 दो साल के उनको, बाद, उनको छोड़ रहे दो, नाम अल्लाह का, खुदा का वास्ता है। रहे तुमने तो नाम उनको अल्लाह का। छोड़ चौहान दिया, अंकल, अब यही तुम बात मैं आपसे कहूँगा, यही मैं तुम आपसे फिर वही कहूँगा। काम कर रहे हजरत हो, मिर्जा साहब से लानतियों बरात का वाला इजहार काम कर करते रहे हो। हैं, हजरत मिर्जा साहब से बरात का इजहार करते हैं और अल्लाह अल्लाह के रसूल की तरफ आ जाएं। और हजरत लानतियों मिर्जा वाला साहब तो खुद काम ना कहते हैं करो। ला नबी ओए आबादी के ओ ऊपर कैसा मिर्जाई, नबी। ओ मुझे मिर्जाई, बता, लानतियों वाला काम ना आप भी कर। फतावा आप भी रिजविया पढ़, हजरत मिर्जा मिर्जा साहब का साहब नाम ना ले। आप भी हजरत मिर्जा लानती, साहब से बरात का अपनी इजहार गंदी करते जुबान से हैं। मिर्जा चौहान साहब का अंकल, नाम ना ले। लानती, ओ लानती, अपनी गंदी जुबान से मिर्जा साहब का नाम ना ले आकर। छोड़ दिया ना तुमने अब उनको। अब इन लोगों के पीछे चलो, हजरत ईसा को आसमान पर मानो, उनका इंतजार करो। वो 2 जर चादरों में लिपटे हुए आहिस्ता मैं नहीं आहिस्ता मानता, ऊपर से मैं आएंगे, नहीं मानता, उसका इंतजार मैं नहीं करो। मानता और लानती क्यों नहीं मानता? भाई लानती, मैं नहीं मानता। चौहान जब अंकल मैं नहीं जब मानता। जब तुमने आमिर नदीर क्या को बोलते अपना हैं, मान लिया है मैं बड़े तो वसूख वो के तो साथ कहता मानता है, हूँ, और वो तो इंतजार कर रहे मैंने हैं। अल्लामा साहब को भी कह दिया है कि मैं नहीं मानता था हजरत ईसा को आसमान पर, मैं नहीं मानता, मेरा ये अकीदा नहीं है। लेकिन अल्लाह के रसूल ने फरमाया है वो आएंगे तो फिर आएंगे। मेरे मानने ना मानने से क्या होता है? जब अल्लाह के रसूल ने कह दिया वो आएंगे कुर्बे क़यामत, तो फरमा आएंगे। दिया तो फिर तुम मेरे इंतजार कर रहे मानने हो ना ना। मानने से क्या होता है भाई? मैं नहीं मानता, मैं तो नहीं क्यों मानता फिर वो हजरत बात ईसा को मानते हो? आसमानों पर। लेकिन अगर अल्लाह ताला के रसूल ने कह दिया कि वो आएंगे तो फिर आएंगे, अल्लाह ताला के रसूल ने कह दिया कुर्बे क़यामत ईसा अलैहिस्सलाम आएंगे तो फिर आएंगे। अब मैं नहीं मानता वो आसमान पे है या कहीं भी है, अल्लाह ताला ने उनको कहीं भी रखा हुआ है, मुझे नहीं पता, मेरा दिल नहीं मानता उनको आसमान पे बिठाने का। मैं बोलता हूँ अल्लाह ताला जब चाहेंगे वो आ जाएंगे, जहाँ से भी आए, वो अल्लाह ताला की मर्जी है। लेकिन कुर्बे क़यामत आएंगे जरूर, लेकिन हज़रत ईसा आएंगे। कोई इश्तिहारा के तौर पे अल्लाह का बेटा कोई नहीं आएगा, जो हज़रत मिर्ज़ा साहब कहते हैं कि मैं अल्लाह का तो बेटा हूँ, और बदबख्त, जमात तू वाले भी तो मानते हैं और आप भी मानते मिर्जाइयत हैं। भी तुमने छोड़ी, तुमने मैं आपको इस्लाम भी करना सही नहीं चाहता हूँ, कबूल आप अपनी किया। इस्लाह कर लें, तू तो रिफॉर्म कर लें। गिल्ला तितर ही रह गया फिर तो। लानती, चौहान अंकल, बेहतरी की लानती गुंजाइश रहा, रहती पहले है, भी लानती था, बेहतरी अभी की लानती। गुंजाइश हमेशा रहती है, बेहतरी की गुंजाइश हमेशा रहती है। आप भी हज़रत मिर्ज़ा साहब से पहले भी वलीयत का लानती था, इजहार अब कर भी लें और लानती है। अल्लाह और अल्लाह के रसूल की तरफ आ जाएं। हाँ, आप बोली भी जा अल्लाह और अल्लाह के लानतिया, रसूल की तरफ आ जाएं और लानतिया हज़रत बोल मिर्ज़ा दी जा। साहब से बारात का इजहार कर दें। मैं ये नहीं बोल रहा, मैं ये नहीं कह रहा कि आप भी हज़रत मिर्ज़ा साहब को करें, शातमियत करें या उन पर गालियाँ गुफ्तारी करें, ऐसा ना करें। लेकिन हज़रत मिर्ज़ा साहब से बारात का इजहार कर लें और अल्लाह के रसूल की तरफ आ जाएं। जिसकी तरफ मुझे अल्लामा साहब ने बुलाया, मैं आपको बुलाता तू हूँ। पहले भी चौहान अंकल, आप भी हरामजादा अल्लाह और था, अल्लाह अब के भी तू रसूल की तरफ आ हरामजादा ही जाएं। है कि तूने मिर्जाइयत को छोड़ के आप इस्लाम भी भी सही कबूल नहीं किया। तू पहले हरामजादा था, आप हमेशा भी हमेशा अल्लाह और हरामजादा ही अल्लाह के रहेगा। रसूल की तरफ आ जाएं, कुरान पढ़ें, हदीस पढ़ें, अल्लाह और अल्लाह के रसूल की तरफ आ जाएं। अभी हज़रत मिर्ज़ा साहब से बारात का इज़हार करते हैं, जिस तरह अल्लामा साहब ने मुझे अल्लाह और अल्लाह के रसूल की तरफ बुलाया, मैं आपको बुलाता हूँ। चौहान साहब अल्लाह और पहले भी अल्लाह के रसूल की तरफ हरामजादा आ था, जाएं। अब भी हरामजादा है। ओए चौहान साहब को छोड़ो, तलब साहब से बात कर लो। अब मलक साहब से बात करो। चौहान साहब, मैं आपको कह रहा हूँ,
चौहान साहब, मैं आपसे कह रहा हूँ जिस तरह अल्लामा साहब ने मुझे अल्लाह और अल्लाह के रसूल की तरफ बुलाया, मैं आपको भी पैगाम देता हूँ और तबलीग करता हूँ, और ओ भाई आपसे भी तू बोलता तो हूँ मिर्जा पहले साहब भी से बरात के इज़हार हरामजादा करते हैं था, और अभी अल्लाह तो और अल्लाह के हरामजादा रसूल की तरफ आ है। जाए। तुमने इस्लाम भी सही कबूल नहीं किया, तू हरामजादा ही निकला ना तू। यार ये किस तरह की ज़बान इस्तेमाल कर रहे हैं चौहान अंकल, ये मुनासिब ज़बान है? यार अल्लामा साहब को बुलाएं आप लोग, अल्लामा साहब को ये देखें यार चौहान अंकल मेरे लिए किस तरह की ज़बान इस्तेमाल कर रहे हैं। जिस तरह हज़रत मिर्ज़ा साहब सारी ज़िंदगी लोगों को कहते रहे हरामजादा, खुद भी हरामजादे थे, और देखो आज उनकी ज़ुर्रियत भी अब मुसलमानों को हरामजादा कह रही है। हज़रत मिर्ज़ा साहब की ये तालीम है? हाँ जी, सारा दिन हज़रत सारी मिर्जा साहब ज़िंदगी की हज़रत मिर्ज़ा तालीम साहब है ने तुम्हारे गालियाँ ही जैसे दी को हैं। हरामजादा कहें, सारी ये जिंदगी मिर्जा हज़रत साहब की मिर्ज़ा साहब ने तालीम है, देखिए मैं नहीं चाह रहा था कि इसलिए हज़रत हम मिर्ज़ा तुम्हें साहब को कुछ हरामजादा बोलूं, कहेंगे। मैं नहीं तुम चाह रहा पहले था भी कि थे और हज़रत अब भी मिर्ज़ा हो। साहब को कुछ बोलूं, मैं नहीं चाह रहा था हज़रत मिर्ज़ा साहब को कुछ गलत बोलूं, लेकिन आप चाह रहे हैं कि हज़रत मिर्ज़ा साहब ने जो सारी ज़िंदगी किया है ना वही आप कर रहे हैं। जो हज़रत मिर्ज़ा साहब अपने मुखालिफों को कहते रहे सारी ज़िंदगी, वो आप भी मुझे कह रहे हैं कि एक मुनाफिक हरामजादा चौहान जो अंकल, मर्जी बोले उससे क्या फर्क पड़ेगा, क्योंकि ये मुना हरामजादे से हरामजादगी की वो उम्मीद की जा हरामज़ादा मर सकती गया है। है, वो हरामज़ादा मर गया है, वो हरामज़ादा मर गया है कादियान में, वो हरामज़ादा मर गया है कादियान में, मर गया हरामज़ादा, एड़ियाँ रगड़ रगड़ के मर गया है। कहता था मैं मक्का मदीना में मारूंगा, लेकिन कादियान में मर गया, लाहौर में मर गया टट्टियां करते हुए, कंजरी कंजरी का गालियां बच्चा। निकाल अब ठीक हरामजादे, है, कैसे पता अब चलेगा कि खुश हैं, तूने इस्लाम कबूल अब कर खुश लिया? हैं, अब अगर खुश हो गए ना, हरामजादगी अब करेगा खुश ही हो गए। नहीं मैं तो नहीं चाह कैसे रहा था तुझे कि पता हज़रत चलेगा मिर्ज़ा साहब को कि कुछ तू बोलूं, हरामजादा है? मैं नहीं चाह रहा था इसलिए हज़रत मिर्ज़ा ये साहब को कुछ हरामजादगी बोलूं, करता रहा है। लेकिन आपने शुरू कर दिया ना बोलना। मैं नहीं चाह रहा था हज़रत मिर्ज़ा साहब को कुछ बोलूं, लेकिन भाई तू आप चाह रहे थे हरामजादा कि है मैं कि तू गालियां अपने दूं आप हज़रत को मिर्ज़ा छुपा साहब को, रहा यही था, तो आप चाहते हो, अब जमात नजर वाले आ भी यही गया कि चाहते तू हैं, वाकई हरामजादा जमात है। वाले भी यही चाहते अपनी हैं, और आप भी यही हरामजादगी चाहते हो कि हज़रत अगर मिर्ज़ा साहब नहीं को गालियां दिखाएगा तो पड़े। कैसे पता चलेगा कि तू जमात वाले हरामजादा भी यही चाहते है? हैं, इसलिए तू जमात वाले दिखा भी यही अपनी चाहते हैं, और आप भी हरामजादगी। यही चाहते हो हज़रत मिर्ज़ा साहब को गालियां पड़े। बस इतनी मैंने आपसे बात तू करनी थी। अब गालियां अल्लाह और निकाल अल्लाह के रसूल की तरफ आ हरामजादे, जाएं, छोड़ दें हज़रत हरामजादे मिर्ज़ा गालियां साहब पे निकाल। लानत डाल के उनको हरामजादगी छोड़ नहीं दें, करेगा तो कैसे पता चलेगा? हज़रत मिर्ज़ा साहब पे लानत डाल के छोड़ दें उनको। हरामजादे गालियां निकालनी शुरू कर दे हरामजादे। ये अल्लामा साहब को बुलाएं और देखें, बोलें ये इस तरह करते हैं, आप अपने बंदों को बुलाकर और इस तरह गालियां पढ़वाते हैं न्यू मुस्लिम लोगों को, इस तरह गालियां पढ़वाते हैं। ये देख लें, अल्लामा साहब को बुलाएं यहाँ पर, मैं यहाँ पर आना छोड़ दूंगा, हरामजादगी यहाँ शुरू बैठना कर छोड़ दी, दूंगा, अगर इस तरह के लोग हरामजादगी बैठेंगे, जारी रखो, बस अगर इस बात तरह कर। के लोग बैठेंगे तो फिर जमात वाले भी यही चाहते हैं कि मिर्ज़ा साहब को गालियां पड़ें, और चौहान अंकल भी यही चाहते हैं। मैं यहाँ बैठना छोड़ दूंगा, अल्लामा साहब को बुलाएं और उनको समझाएं कि इस तरह की ज़बान इस्तेमाल ना करें मेरे लिए। मैं इतनी इज्जत से बात कर रहा था कि हज़रत मिर्ज़ा साहब के बारे में कोई गलत बात ना मैं करता हूँ। जब मुझे कोई उकसाएगा, प्रोवोक करेगा, तो मैं तो बोलूँगा ना। फिर मैं, जमात वाले भी यही चाहते हैं हज़रत मिर्ज़ा साहब को गालियाँ पड़ें, और आज चौहान अंकल ने भी वही करवाया, गालियाँ पड़वाई उनको। भाई इज्जत अल्लाह ना और कर, अल्लाह के रसूल हरामजादे इज्जत तो नहीं ना, अल्लाह हरामजादे तो इज्जतें नहीं करते होते, हरामजादे तो अल्लाह और हरामजादगियां अल्लाह के करते रसूल होते। की तरफ आ जाए। इसलिए अच्छा तुम जी, हरामजादगी ह्यूमैनिटी जारी भाई रखो अपनी। आप इधर मौजूद हैं? अस्सलाम वालेकुम जी। ह्यूमैनिटी भाई आप इधर मौजूद है? कोई और मॉडरेटर है जी? यूसुफ भाई आप मॉडरेटर हैं? जी अस्सलाम वालेकुम। वालेकुम सलाम भाई, क्या हाल चाल है आपका? ठीक ठाक है? आप ठीक हैं? अल्लाह ताला का शुक्र। भाई अगर आप मॉडरेटर हैं तो फिर जो भी गाली गलौज करे आप उसको मेहरबानी करके उतार दें। उसकी वजह ये है कि ये रहील साहब जो हैं ये तो बहुत अच्छे हैं, ये यूजुअली अपनी जुबान जो होता है ना उसमें बहुत ज़्यादा कंट्रोल रखते हैं माशाल्लाह। लेकिन दूसरी साइड से फिर वो जब चौहान साहब जो है ना वो गालियां दे रहे हैं तो मेरा ख्याल है उनको उतार देना चाहिए। क्योंकि देखें मैं भी आमिर नज़ीर भाई की वजह से ये ब्रॉड सुनती हूँ, तो अच्छा नहीं है कि बहनों को भी ये गालियां गुलियां सारा कुछ सुनना पड़े। जज़ाकल्लाह। आपके ख्याल में हरामजादा गाली है आपके ख्याल में? देखें आप यूसुफ भाई से बात कर लें चौहान साहब, मैं बात नहीं करना चाहता। प्लीज थोड़ा सा हरामजादा तो गाली मेहरबानी नहीं आप होती, फरमाएं। हकीकत हाल का इज़हार है। इसके अलावा कोई बात कर लें, हम जरूर करते रहें बात, लेकिन मेहरबानी थोड़ा सा आप कॉम्प्रोमाइज करें वहाँ से।
यूसुफी भाई मैंने कोई गलत बात नहीं की थी, मैंने सिर्फ चौहान अंकल को कहा था कि आप अल्लाह और अल्लाह के रसूल की तरफ आ जाएं, जिस तरफ मुझे अल्लामा साहब ने बुलाया मैं आपको भी दावत देता हूँ आ जाएं, लेकिन इन्होंने कितनी गलत बातें शुरू कर दी, मुझे क्या कुछ नहीं कह दिया, और ये चाह रहे थे कि अजहर मिर्जा सबको गालियाँ पड़ें, जिस तरह जमात वाले चाहते हैं अजहर मिर्जा सबको गालियाँ पड़ें। नहीं है तो अल्लामा साहब को बुलाएं आप, और अल्लामा साहब से बुलाएं कि अल्लामा साहब के चेले, अल्लामा साहब के चेले हैं ना, अल्लामा साहब के चेले देखें कितनी बदजुबानी कर रहे हैं, कितनी बदजुबानी कर रहे हैं। कौन शरीफ आदमी बैठेगा इनके साथ, कौन यहाँ बैठेगा? चौहान अंकल के साथ यहाँ कौन बैठेगा मुझे बता दें। तुम हमारे ऊपर एहसान ना करो, गालियाँ दे रहे हैं, तुम गालियाँ दो जितनी चाहे गालियाँ दो, हमारे ऊपर एहसान ना करो तुम कि तुम नहीं गालियाँ देते। वो खबीस है ही गालियों के लायक, वो खबीस है ही गालियों के लायक जो कहता है कि मैं खुदा का बेटा हूं। तू भी तो खबीस है ही गाली के लायक है, वो खबीस है ही गाली के औलाद है, तेरे जैसा हरामजादा कुतिया की औलाद। वो भी कुतिया की औलाद था, वो भी कुतिया की औलाद था जो कादियान में मर गया, लाहौर में मर गया, वो भी कुतिया की औलाद था। बाप तुम्हारा सुअर था। देखें बात सुने जी रहील भाई, आप अपनी जुबान गंदी मत करें। देखें आप किसने खत्म किया ये मैंने तो इनको एड्रेस भी नहीं किया था, मैं तो अपनी बात कर रहा था अल्लामा साहब से, मैंने इनको एड्रेस भी नहीं किया था सर, मैं तो इनके तो सिर्फ इतना कह रहा था अल्लाह और अल्लाह के रसूल की तरफ आ जाए। हज़रत मिर्ज़ा साहब का भी यही पैगाम था, वो तो बस उन्होंने कोई कुरान और हदीस में तोहमतें लगाई हैं, सारी ज़िंदगी गालियाँ दी हैं, बस इतना ही उनका कसूर था। ये बीच में बोलने पड़ गए, पता नहीं क्या उल्टा सीधा बोलने लग गए। अल्लामा साहब पता नहीं कहाँ रखा हो गया अल्लामा साहब का, अल्लामा साहब बिजी हो गए। रहील भाई आप इस तरह करें कि आप मेरे टिकटॉक पेज पे, मैंने अभी एक इनकी लजना की जो है ना वो एक लगाई है ऑडियो, आप वो सुने। खाली मर्द ही नहीं, ये इनकी जो ख़वातीन हैं उनके भी लहजा जो है ना वो बहुत ज़्यादा काबिल एतराज़ हो चुका है। और इनकी जो एक और मोहतरमा है हादिया साहिबा, ठीक है ना, उनकी ज़ुबान इतनी गंदी है कि वो तकरीबन 100 मर्दों को पीछे छोड़ जाएं। तो इन्होंने लजनाओं को भी बहुत अच्छे तरीके से ट्रेनिंग दी है गाली गलौज करने की। तो एक तो मैंने ऑडियो लगाई है, दूसरी तो इतनी गंदी है कि मैंने 2 बार सोचा है कि मैं लगाऊं या ना लगाऊं, शायद लगा दूं, क्योंकि हकीकत इनकी पता चलनी चाहिए, क्योंकि इनकी ख़वातीन की भी ज़ुबान इतनी गंदी हो चुकी है कि जिसकी कोई हद नहीं। कुछ बोल सकता हूँ जी? बोलें। मैं ये कह रहा हूँ, ये जो भाई बैठे थे जनाब तारिक साहब, तो ये जो लाहौरी ग्रुप है वही है, ये भी तो उन्हीं की शाख ही है कादियानियों की। ये कौन सा अलहदा से हैं? ये भी तो उन्हीं की शाख में से हैं भाई। इन्होंने अपना ग्रुप बंदी बनाई हुई अलहदा से, लाहौर की अलहदा, अब्दुल गफ्फार शायद नाम है इनका। तो मिर्ज़ा साहब का भी यही काम था, जब वो किसी से मुनाजरा या किसी से हार जाते थे बातों में तो वो गालियाँ देना शुरू कर देते थे लोगों को, दूसरों को बद्दुआएं देते थे कि तू फलाने डेट को मर जाएगा, तू फलानी डेट को मर जाएगा। बाद में जब वो मरता नहीं था वो कहते थे उसने दिल में तौबा कर ली, इसलिए वो बच गया है। मुझे तो अभी तक ये नहीं समझ आई कि मिर्ज़ा साहब चीज़ क्या थे। कभी वो कहते थे मैं किर में खाकी हूँ, कभी वो कहते थे मिट्टी का कीड़ा हूँ, कभी वो कहते थे मैं जनाब बस अल्लाह माफ़ी दे तौबा, पता नहीं कहाँ पहुँचा देते थे अपने आप को। पहुँची हुई चीज़ थे, पहुँची हुई। ऐसे लोगों को पिकी ना करें जो गंदी ज़ुबान इस्तेमाल करें, और इन लोगों का काम ही है ये बाद में गालियाँ ही देते हैं, और क्या है जब इनके पास दलाइल नहीं होते तो। और भाई मिर्ज़ा साहब ने झूठी नबूवत का दावा भी किया था, खाली उन्होंने कुरान पाक पे उन पर तोहमतें नहीं लगाई, सहाबा कराम अपना अंबिया के ऊपर तोहमतें नहीं, उन्होंने तो नबूवत का भी झूठा दावा किया हुआ है। अच्छा जनाब, ये बात आपको कैसे पता चली? उनकी किताब में लिखा हुआ है, रूहानी खजाइन में। अच्छा, रूहानी खजाइन में कौन से सफ़ा पे? होल्ड गए भी बता देते हैं, सफ़ा भी बता देते हैं, सफ़े का क्या है। अच्छा, वैसे
وہ تو بھائی گیا ذرا صفحہ تلاش کرنے کے لیے. ویسے قادیانی، آپ تو قادیانی ہیں اور قادیانیوں کا اسلام کے ساتھ کسی طریقے سے بھی تعلق نہیں، کیونکہ مرزا بشیر نے کہا تھا کہ روحانی خزائن جلد 18 ایک غلطی کا ازالہ. صفحہ نمبر ڈھونڈ لینا، جا کے تھوڑی سی محنت بھی کر لینا بھائی. ایک سیکنڈ، اپنا آپ کے پاس جو کتاب ہے اس میں صفحہ نمبر نہیں لکھا ہوا؟ تھوڑی سی محنت بھی محنت کیا کروں؟ تو مزہ بھی آئے گا نا تھوڑا سا. کچھ اور بھی چیزیں بھی دیکھنے کو مل جائیں گی. میں تو صرف ایک حوالہ ہی پیش کر رہا ہوں نا. روحانی خزائن ہے یا ایک غلطی کا ازالہ ہے؟ روحانی خزائن جلد 18 اور اس کا جو ٹاپک ہوگا نا ایک غلطی کا ازالہ، وہ ہے. صفحہ نمبر کیا ہے؟ یار یہ بھی عربی کے صفحہ نمبر نہیں پتا؟ وہ کو اردو نہیں پڑھی جاندی. 616 ہے یا 212 ہے. ایک منٹ میں لکھ دیتا ہوں کس طریقے سے. اب یہاں عربی کیسے آئے گی عربی کی؟ یا 616 ہے یا 212 ہے. الٹی طرف کا وہ بنا ہوا. اوپر کیا لکھا ہوا ہے؟ عربی نہیں، وہ اردو میں لکھا ہے بھائی. عربی کیا لکھا ہوا ہے؟ اردو میں پیج لکھا ہے، عربی نہیں. وہ نہیں، اس پہ کیا لکھا، کیا ہوا اس میں؟ اس پیج پہ کیا، کون سی تحریر پڑھنا چاہ رہے ہیں؟ اچھا چلے بھائی. وہ اصل میں وہ اس کو اردو پڑھنا نہیں آتا نا، گنتی جو ہے وہ نہیں پڑھ سکتا بندہ، کیونکہ اردو کی گنتی ہر بندے کو نہیں آتی. وہ عربی کی گنتی ہے جی، اردو کی نہیں ہے. وہ اردو کی ہے بھائی، اردو ہے وہ لکھی ہوئی. اچھا پڑھیں اس میں. اردو میں تو ترجمہ لکھا ہے، ابھی تو سنایا میں نے. کیا لکھا ہوا ہے؟ ابھی تو سنایا بھائی. منیمائز کرنے کے بعد آگے پیچھے ہو جاتا ہے. آواز نہیں آتی منیمائز کرنے کے بعد؟ نہیں. اچھا یہ کیسے آئے گا؟ وہ قرآن پاک کی آیت کا حوالہ دے رہے ہیں. ہاں، قرآن پاک کی آیت کا کیا حوالہ دے رہے ہیں؟ اچھا یار، نام جی کیا تھا جناب؟ زیب صاحب، بات یہ ہے آپ ذرا میوٹ ہی رکھیں اور تسلی سے تلاش کر کے بات کریں. میں اصل میں بات یہ کرنا چاہتا ہوں کہ قادیانیوں کا خدا کتنے خدا ہیں جی آپ کے بھائی اپنا یوسف صاحب؟ کتنے خدا ہیں؟ آپ قادیانی ہیں کیا؟ آپ بات کریں، آپ کو کیا لگے. میں نہیں، دیکھیں میں آپ کو بتاتا ہوں. اگر تو قادیانی ہیں تو آپ کو پتہ ہوگا کہ قادیانیوں کے 6 خدا ہیں. یہ الاش، مجھے تو نہیں پتا. یہ الاش، کالا کالو، اسنا، اچھا 3 ہو گئے. وتر. ہاں وتر پتھر. ہاں 410 ہے. جو آپ کی کتاب ہے نا، جو مقدس کتاب ہے آپ کی، کیا اس کو کہتے ہیں؟ کون سی مقدس کتاب؟ روحانی خزائن. نہیں، روحانی خزائن تو علامی کتاب ہے جس کو کہتے ہیں مرزا صاحب کے اس کو تلاوت کیا کریں. ٹیچی روحانی خزائن الہامی کتاب ہے. ہاں، اس کو آپ علامی کتاب کہتے ہیں نا، مرزا صاحب کہتے تھے علامی کتاب ہے. تذکرہ. تذکرہ، یہ بھائی نے بالکل صحیح بولا ہے. جو تذکرہ ہے نا،
410 صفحے پہ جائیں اور اس پہ لے کے دیکھیں وطر خدا کی تعریف پڑھیں کیا ہے. ٹھیک ہے جی. تو مسلمان اور قادیانیوں یا مرزیوں میں ایک فرق یہ ہے کہ پہلے نمبر پہ تو اسلام کی 6 شرطیں ہیں. سب سے پہلی شرط چھ خدایاں اور مسلمانوں کا ایک خدا ہے. مسلمانوں کا یقین کیا ہے؟ اعوذ باللہ من الشیطان الرجیم بسم اللہ الرحمن الرحیم قل هو اللہ احد اللہ الصمد لم یلد ولم یولد ولم یکن لہ کفوا احد. یہ ہے جی مسلمانوں کا یقین. ٹھیک ہے جی. قادیانیوں کا یقین ہے یلاش، کالا کالو، حسنا، اجی، آج یعنی، اور وطر اینڈ سوان. 6 خدا ہیں. جب بات ہو دیں گے، کہتے ہیں تمہاری شریعت میں یہ ہے کہ کپڑوں اتار دو. تو شریعت میں ایسی کوئی بات نہیں ہے. شریعت میں سزائیں ہیں. ہاں کسی کے پاس کوئی چیز چھپا ہوا ہے وہاں پر تفتیش کی جاتی، کپڑے نہیں اتارے جاتے. کون کہتا ہے کہ میں ایئرپورٹ سے گزرا میرے کپڑے اتار دیے گئے؟ وہ کہتے ہیں جو کپڑے اتار گئے اس سے بہت بڑا جو ہے ہنگامہ ہوتا ہے، لوگ ہنگامہ کرتے ہیں. یہ کیا طریقہ ہے؟ آپ نے سنا بھی ہوگا بھئی، اس کو کہا جاتا ہے تفتیش کرنا ہے. وہاں جہاز موجود ہیں. پہلے جہاز نہیں تھے، ہاتھوں سے یوں ہاتھ پھرا کے وہ مرد حضرات کو، خواتین حضرات کو، خواتین کو خاص کمرے میں لے کر جایا جاتا ہے، پردے میں، تنہا، اور وہاں پہ ان کی تفتیش کی جاتی ہے، نہ کہ کپڑے اتارے جاتے ہیں. اتنا بڑا ظلم نہ کرو. شریعت نے اس طرح کی کوئی اجازت نہیں دی ہے. آج بھی یہ نہیں ہو رہا ہے. جو بھی یہ کہتا ہے وہ جھوٹ بول رہا ہے، وہ کذاب ہے. نہ اس کا معاشرہ اجازت دیتا ہے، نہ جناب اعلیٰ قانون اجازت دیتا ہے. شریعت تو قطعاً اس طرح کی بیاہی کی اجازت دیتا ہے. شریعت نہیں. سزائیں ہیں لیکن بے پردگی شریعت نہیں چاہتا. بھائی بہت ساری چیزیں ہیں، وہ خواتین ہیں، ان کو جو ہے تفتیش کریں گے، دیکھیں گے. یہ کہاں تک درست ہوگا؟ شریعت تو ایک مردے کو جس کو نہانا ہے اس کو بھی بے پردگی، اب مجبوری نہانا کیا کریں، اس کی بھی بے پردگی کا حکم نہیں دیتا. ہاں ان کو دھو، صاف کرو، لیکن پردے میں، کپڑے کے اندر، کوئی کپڑا، کوئی چادر اس پہ ڈال کر. خواتین کا تو اتنا احترام ہے. بھئی ایک گنہگار ہے، ٹھیک ہے، اس کو سزائیں ہیں. خواتین کا تو اتنا احترام ہے، آپ کو معلوم ہونا چاہیے. جب قبر میں
خواتین کو اتارا جا رہا ہے, اس کے اوپر جو ہے بڑا کپڑا رکھتے ہیں, لوگ نہ دیکھیں. اتنا احترام ہے. یہ حضرت جی کہتے ہیں کپڑا اتار دینا. ایک خاتون کو جس نے جرم کیا ہوا ہے اس کو سزا دی جاتی ہے, تو کیا اس کو بے پردہ کیا جاتا ہے کیونکہ اس نے جرم کیا ہے؟ نہ بابا, یہ غلط بات ہے. شریعت بھی اجازت نہیں دیتا, اور نہ حضرت علی کا اس طرح کا کوئی سنت ہے, نہ کوئی معاشرہ, نہ کوئی قانون, کدھر بھی یہ نہیں ہے. ہاں کبھی اس طرح کے تصرفات ہوتے ہیں, یعنی جو محافظ ہیں وہ اپنی طرف سے یہ آپ کے سامنے آ گیا, اور یہ آپ کو کلیئر دکھائی دے رہا ہے نا؟ جی وہ ریکارڈنگ میں صحیح آ جائے گا. کلیئر ہے بھائی, یہاں پہ اچھا یہ دیکھیں ذرا, میں آپ کے سامنے 2 حوالہ جات پڑھتا ہوں. اس میں سے چلیں پہلے ہم ایک حوالہ یہ دیکھتے ہیں. یہ جو پہلا حوالہ ہے یہ کہاں پہ ہے جی؟ یہ روحانی خزائن کے والیوم 16 کا پیج نمبر ہے 311, خطبہ الہامیہ مرزا غلام احمد صاحب نے جو دیا. اچھا اس کا ترجمہ بھی جماعت نے خود کیا ہوا ہے, ہم نے اسی ترجمے کو یہاں پہ لکھ دیا ہے. اوپر عربی کی عبارت بھی موجود ہے, نیچے ترجمہ بھی موجود ہے. یہ دیکھیں کیا ہے جی, اللہ نے چاہا, اب یہ نوٹ کریں, کہتے ہیں اللہ نے چاہا کہ ہمارے نبی صلی اللہ علیہ وسلم کو جو آدم ہیں 6000 میں آپ کی پہلی تخلیق کے بعد ایک نئے رنگ میں پیدا کرے. اب یہاں پہ صفیہ بہن جو نوٹ کرنے والی بات ہے نا, وہ پیدا کرنے والی بات ہے, جو ہم بار بار لوگوں کو بتاتے ہیں کہ کوئی آدمی کسی کا بروز بن نہیں سکتا, بلکہ بروز پیدا ہوا کرتا ہے. مرزا صاحب کہہ رہے ہیں کہ جو مرزا غلام احمد قادیانی ہے ان کا معاملہ کیا ہے کہ کہتے ہیں کہ اللہ تعالیٰ نے چاہا ہمارے نبی صلی اللہ علیہ وسلم کو 6000 میں آپ کی پہلی تخلیق کے بعد ایک نئے رنگ میں پیدا کرے. تو کس کو پیدا کر دیا؟ مرزا غلام قادیانی کو پیدا کر دیا. آگے دیکھیں ذرا, اسی خطبہ الہامیہ میں کہتے ہیں, یہ دوسرا حوالہ جو ہے یہ پیج نمبر ہے آپ کے سامنے دیکھیں 310. کیا کہتے ہیں یہ دیکھیں ذرا, کہتے ہیں کہ جان لو کہ مقام ختمیت ازل سے محمد صلی اللہ علیہ وسلم کو عطا کیا گیا. یعنی جو خاتم ہونا ہے صفیہ بہن, جو خاتم ہونا ہے, جو ختمیت کی صفت ہے, وہ کہتے ہیں, مرزا صاحب کہتے ہیں کہ وہ ازل سے کس کے لیے تھی؟ نبی پاک صلی اللہ علیہ وسلم کے لیے تھی. آگے دیکھیں یہ دیکھیں, یہ ہے نوٹ کرنے والی بات, پھر اسے دیا گیا. یعنی جو مقام ختمیت ہے, صفیہ بہن بات کو نوٹ کرنا ہے آپ نے, مقام ختمیت جو ہے وہ پہلے کس کو دیا گیا؟